ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਖਾਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਜਦੋਂ ਅਸੀਂ ਆਪਣੇ ਕਮਿਊਨਿਟੀ ਨੂੰ ਵੇਖਦੇ ਹਾਂ, ਅਸੀਂ ਆਪਣੇ ਆਪ ਨੂੰ ਸਿੱਖ कहलवाते हैं, पंजाबी कहलवाते हैं, साउथ एशियन कहलवाते हैं, बट जिस सिक्खी नाल साडे गुरुआं ने सानू किन्ने पुराने समय तो जोड़न की कोशिश की है। अज इस प्रोग्राम दे विच थोड़े जे विचार उस सिक्खी ते उस सिक्ख्या बारे असी फिर करन जा रहे हैं। अज दा दिहाड़ा असी मना रहे हैं गुरु अंगद देव साहिब जी दी गुरगद्दी दिवस। तो इस दिहाड़े ते मैनू बहुत खुशी हो रही है कि साडे स्टूडियो पहुँचे हैं हैड ग्रंथी गुरुद्वारा साहब सिख कल्चरल सोसाइटी ज्ञानी धर्मवीर सिंह जी। सब तो पहले धर्मवीर सिंह जी एक बारी फिर तुहानू स्टूडियो च स्वागत करते हैं। वाहिगुरू जी का खालसा वाहिगुरू जी की फतेह। ਗਿਆਨੀ ਜੀ, ਜਦੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ, ਭਾਵੇਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੋਏ, ਕਿਸੇ ਦੀਵਾਨ ਦੇ ਵਿੱਚ ਹੋਏ, ਜਾਂ ਜਦੋਂ ਸਾਡੇ ਵੱਡੇ ਬਾਗ ਇੱਥੇ ਸਟੂਡੀਓ ਤੁਸੀਂ ਪਹੁੰਚਦੇ ਹੋ, ਸਾਨੂੰ ਇਨਲਾਈਟਨ ਕਰਕੇ ਤੁਸੀਂ ਜਾਂਦੇ ਹੋ। ਸੋ ਥੈਂਕ ਯੂ ਇਨ ਵਿਚਾਰਾਂ ਲਈ, ਉਸ ਗੁਰ ਇਤਿਹਾਸ ਲਈ ਅਤੇ ਉਸ ਸਿੱਖ ਇਤਿਹਾਸ ਲਈ ਜੋ ਕਦੀ ਕਵਾਰ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਇਹ ਸਾਡੀ ਰਿਚ ਹਿਸਟਰੀ ਦਾ ਇੱਕ ਹਿੱਸਾ ਹੈ। ਅੱਜ ਅਸੀਂ गुरु नानक देव जी दे ज्योति जोत समान तो पहले जो उन्होंने गुरु अंगद देव जी नू गुरगद्दी दिवस का फैसला किया, उहदे बारे मैं जानकारी तुहाडे तो लैना चाहती हाँ। ठीक है। लोकी कहंदे है कि ये तो सिर्फ 7 सालां दी सेवा सीगी भाई लैना दी, बट ये 7 सालां दे विच इहो जिहा की होया कि गुरु नानक देव जी ने कहा ये गुरु अंगद देव ਇਹ ਇੱਥੇ ਸਾਡੇ ਤੁਸੀਂ ਕਹਿ ਲਓ ਸਿੱਖੀ ਨੂੰ ਅੱਗੇ ਵਧਾਉਣਗੇ। ਇਹਦੇ ਬਾਰੇ ਸਾਨੂੰ ਪਲੀਜ਼ ਦੱਸੋ। ਬਹੁਤ ਵਧੀਆ ਹੈਗਾ ਹੈ ਜਿਹੜਾ ਟੌਪਿਕ ਹੈਗਾ ਆਪ ਜੀ ਦਾ, ਤੇ ਜਸ ਪੰਜਾਬੀ ਦਾ, ਤੁਹਾਡੀ ਸਮੁੱਚੀ ਟੀਮ ਦਾ, ਆਸ਼ਮਿਤਾ ਜੀ, ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਦਾਸ ਨੂੰ ਮਾਣ ਸਤਿਕਾਰ ਬਖਸ਼ਦੇ ਹੋ ਸਮੇਂ ਦੇ ਉੱਤੇ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਗੁਰਤਾ ਗੱਦੀ ਦਿਹਾੜਾ, ਗੁਰਗੱਦੀ ਦਿਵਸ ਮਨਾਇਆ ਜਾ ਰਿਹਾ, ਔਰ ਬੜੀ ਪਿਆਰੀ ਬਾਤ ਹੈ। ਟੌਪਿਕ ਬੜਾ ਸੋਹਣਾ ਆਪ ਜੀ ਲੈ ਕੇ ਆਏ ਹੋ। ਅੱਜ ਤੱਕ ਦੁਨੀਆ ਦੇ ਵਿੱਚ ਜਿੰਨੇ ਮਤ ਮਜ਼ਹਬ ਸੀ, ਜਿਹੜਾ ਗੁਰੂ ਸੀ ਉਹ ਸਾਰਾ ਜੀਵਨ ਗੁਰੂ ਹੀ ਰਿਹਾ। ਕੋਈ ਪੀਰ ਸੀ, ਪੈਗੰਬਰ ਸੀ, ਰਹਿਬਰ ਸੀ, ਉਹੀ ਰਹਿਬਰ ਰਿਹਾ। ਕਿਸੇ ਸੇਵਕ ਨੂੰ ਰਹਿਬਰ ਬਣਨ ਦਾ, ਗੁਰੂ ਬਣਨ ਦਾ ਸੁਭਾਗ ਮੌਕਾ ਨਹੀਂ ਸੀ ਪ੍ਰਾਪਤ ਹੋਇਆ ਅਜੇ ਤੱਕ। ਸੇਵਕ ਨੂੰ ਤਾਂ ਨਹੀਂ ਨਾ ਕਿਸੇ ਨੇ ਆਖਿਆ ਮੱਥਾ ਟੇਕਿਆ ਹੋਵੇ ਜੀ। ਜਿਹੜਾ ਵੀ ਰਹਿਬਰ ਪੈਗੰਬਰ ਅੱਜ ਤੱਕ ਧਰਤੀ ਤੇ ਹੋਇਆ, ਉਹਨੇ ਹੀ ਸਾਰਾ ਜੀਵਨ ਦੁਨੀਆ ਦੇ ਕੋਲੋਂ ਨਮਸਕਾਰਾਂ ਕਰਾਈਆਂ ਤੇ ਮੱਥੇ ਟਿਕਾਏ। ਕਦੇ ਉਸ ਰਹਿਬਰ ਨੇ ਕਿਸੇ ਐਸ ਸਰੀਰਕ ਜਾਮੇ 'ਚ ਸਾਹਮਣੇ ਕੋਈ ਉਹਦੇ ਬੈਠਾ ਹੋਵੇ ਤੇ ਉਹਨੇ ਉਹਨੂੰ ਮੱਥਾ ਟੇਕਿਆ ਹੋਵੇ ਜੀ। ਇਸ ਤਰ੍ਹਾਂ ਦਾ ਤੁਹਾਨੂੰ ਕੋਈ ਦਲੀਲ ਗੁਰੂ ਨਾਨਕ ਦੇ ਘਰ ਤੋਂ ਬਗੈਰ ਨਹੀਂ ਮਿਲਣੀ। ਸਿਰਫ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਹੁੰਦਿਆਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ, ਹੁੰਦਿਆਂ ਮਤਲਬ ਸਰੀਰਕ ਜਾਮੇ 'ਚ ਹੁੰਦੇ ਜੀ, ਇਹ ਸਰੀਰ ਦੇ ਕਾਇਮ ਹੁੰਦੇ ਹੋਇਆ ਜੀ, ਉਹਨਾਂ ਨੂੰ ਗੁਰਤਾ ਗੱਦੀ ਦਿੱਤੀ, ਆਪਣੇ ਸਿੰਘਾਸਨ ਤੇ ਬਿਠਾਇਆ ਜੀ, ਨਮਸਕਾਰ ਕੀਤੀ, ਔਰ ਇਹ ਦੱਸਿਆ ਕਿ ਅੱਜ ਤੋਂ ਇਹੀ ਨਾਨਕ ਆ ਹੁਣੇ ਜੀ। ਉਹ ਗੁਰੂ ਨਾਨਕ ਦੇਵ ਸਾਹਿਬ ਹੈ, ਇਹਦਾ ਨਾਮ ਅੰਗਦ ਹੈ, ਇਹਨਾਂ ਦਾ ਪਹਿਲਾ ਨਾਮ ਭਾਈ ਲਹਿਣਾ ਹੈ ਜੀ, ਪਰ ਇਹ ਨਾਨਕ ਹੀ ਆ ਹੁਣ। ਨਾਨਕ ਦੇ ਵਿੱਚ ਤੇ ਇਹਦੇ ਵਿੱਚ ਕੋਈ ਅੰਤਰ ਨਹੀਂ। ਇਹ ਪਹਿਲੀ ਵਾਰੀ ਸੰਸਾਰ ਨੇ ਵੇਖਿਆ, ਦੁਨੀਆ ਨੇ ਇਹ ਪਹਿਲੀ ਵਾਰੀ ਤੱਕਿਆ ਕਿ ਏਡਾ ਵੱਡਾ ਰਹਿਬਰ, ਏਡਾ ਵੱਡਾ ਮੁਰਸ਼ਦ ਗੁਰੂ ਬਾਬਾ ਨਾਨਕ, ਜਿਸ ਨੂੰ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਾਵੇਂ ਬਾਅਦ 'ਚ ਪੰਕਤੀਆਂ ਉਚਾਰਨ ਕੀਤੀਆਂ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹ ਆਪਣੇ ਸੇਵਕ ਦੇ ਪੈਰਾਂ ਤੇ ਸਿਰ ਰੱਖ ਕੇ ਮੱਥਾ ਟੇਕੇ। ਕਿਉਂਕਿ ਅੱਜ ਤੱਕ ਕਿਸੇ ਨੇ ਦੁਨੀਆ 'ਚ ਦੇਖਿਆ ਨਹੀਂ ਸੀ ਜੀ ਵੀ ਇਸ ਤਰ੍ਹਾਂ ਦਾ ਰਹਿਬਰ ਪੈਗੰਬਰ ਹੋਵੇ ਤੇ ਉਹ ਆਪਣੇ ਸਿੱਖ ਨੂੰ ਨਮਸਕਾਰ ਕਰ ਰਿਹਾ ਹੈ ਜੀ, ਮੱਥਾ ਟੇਕ ਰਿਹਾ, ਔਰ ਸਾਰੇ ਸੰਸਾਰ ਦੇ ਸਾਹਮਣੇ, ਦੁਨੀਆ ਦੇ ਸਨਮੁਖ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜੇ ਸਿੱਖ ਧਰਮ ਦੇ ਬਾਨੀ ਆ ਜੀ, ਸਿੱਖ ਧਰਮ ਦੇ ਜਨਮਦਾਤਾ ਹੈ, ਉਹਨਾਂ ਨੇ ਆਪਣੀ ਸਰੀਰਕ ਆਯੂ, ਸਰੀਰਕ ਉਮਰ ਜਿਸ ਨੂੰ ਆਪਾਂ ਕਹਿ ਦਿੰਦੇ, ਤਕਰੀਬਨ 70.5 ਸਾਲ ਅੰਦਾਜ਼ਨ ਆਪਾਂ ਕਹਿ ਸਕਦੇ ਹਾਂ, ਉਹ ਇਸ ਧਰਤੀ ਦੇ ਉੱਤੇ ਸਰੀਰਕ ਰੂਪ ਦੇ ਵਿੱਚ ਰਹੇ। ਬਾਬਾ ਨਾਨਕ ਅੱਜ ਵੀ ਹੈ ਹਾਂਜੀ, ਹਾਜ਼ਰ ਨਾਜ਼ਰ ਹੈ। ਜੇ ਸਾਡੇ ਕੋਲ ਅੱਖਾਂ ਵੇਖਣ ਵਾਲੀਆਂ ਹੋਣ ਤਾਂ ਸਰੀਰਕ ਉਮਰ ਉਹਨਾਂ ਨੇ ਇੰਨੀ ਭੋਗੀ
ਗੁਰੂ ਨਾਨਕ ਦੇਵ ਸਾਹਿਬ ਨੇ ਇਹ ਮਹਿਸੂਸ ਕੀਤਾ ਵੀ ਜਿਹੜਾ ਮੇਰਾ ਪ੍ਰਯੋਜਨ ਆ ਹਾਂਜੀ ਉਹ ਅਜੇ ਪੂਰਨ ਤੌਰ ਤੇ 100% ਅਜੇ ਪੂਰਾ ਨਹੀਂ ਹੋਇਆ, ਜਿਹੜਾ ਨਿਸ਼ਾਨਾ ਲੈ ਕੇ ਚੱਲੇ ਹੋਏ ਆ ਜੀ ਇਸ ਕਰਕੇ ਇਹਨੂੰ ਅਜੇ ਹੋਰ ਅੱਗੇ ਤੋਰਨ ਦੀ ਲੋੜ ਆ। ਜੀ ਤਾਂ ਉਹਦੇ ਵਾਸਤੇ ਕਿਸ ਦੀ ਚੋਣ ਕੀਤੀ ਜਾਏ? ਮੇਰੇ ਤੋਂ ਬਾਅਦ ਇਸ ਗੁਰਤਾ ਗੱਦੀ ਤੇ ਕੌਣ ਬਿਰਾਜਮਾਨ ਹੋਏਗਾ? ਜੀ ਜਿਵੇਂ ਆਪ ਜੀ ਨੇ ਕਿਹਾ, ਬੜਾ ਵਧੀਆ ਸੀ ਆਪ ਜੀ ਦਾ ਬਚਨ ਕਿ ਭਾਈ ਲਹਿਣਾ ਜੀ ਜਿਹੜੇ ਭਾਵ ਗੁਰੂ ਅੰਗਦ ਦੇ, ਉਹਨਾਂ ਨੇ ਤਾਂ 7 ਸਾਲ ਗੁਰੂ ਨਾਨਕ ਦੇਵ ਸਾਹਿਬ ਦੀ ਸੇਵਾ ਕੀਤੀ। ਗੁਰੂ ਨਾਨਕ ਦੇਵ ਸਾਹਿਬ ਨਾਲੋਂ ਗੁਰੂ ਅੰਗਦ ਦੇਵ ਸਾਹਿਬ, ਇਹਦੇ ਵਿੱਚ ਮੈਂ ਇੱਕ ਲਫ਼ਜ਼ ਭਾਈ ਲਹਿਣਾ ਜ਼ਰੂਰ ਮੈਂ ਵਰਤਾਂਗਾ ਜੀ ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਦਾ ਪਹਿਲਾ ਨਾਂ ਆ ਭਾਈ ਲਹਿਣਾ। ਔਰ ਕਮਾਲ ਦੀ ਗੱਲ ਤੁਹਾਨੂੰ ਭੈਣ ਜੀ ਅਸ਼ਮਿਤਾ ਜੀ ਦੱਸਾਂ ਕਿ ਭਾਵੇਂ ਹੋਰ ਵੀ ਗੁਰੂ ਸਾਹਿਬਾਂ ਦੇ ਦੂਸਰੇ ਛੋਟੇ ਨਾਮ ਹੁੰਦੇ ਸੀਗੇ, ਜਿਵੇਂ ਗੁਰੂ ਰਾਮਦਾਸ ਸਾਹਿਬ ਦਾ ਪਹਿਲਾ ਨਾਮ ਭਾਈ ਜੇਠਾ ਆ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇਠਾ ਨਹੀਂ ਆਇਆ। ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮਦਾਸ ਹੀ ਆਇਆ। ਪਰ ਗੁਰੂ ਅੰਗਦ ਦੇਵ ਸਾਹਿਬ ਇੱਕ ਐਸੇ ਗੁਰੂ ਆ ਜਿਨ੍ਹਾਂ ਦਾ ਨਾਮ ਲੈਣਾ ਗੁਰੂ ਗ੍ਰੰਥ ਸਾਹਿਬ 'ਚ ਕਈ ਵਾਰੀ ਆਇਆ। ਅੱਛਾ ਜੀ ਹਾਂਜੀ, ਜਿਹੜੀ ਭਾਈ ਸੱਤੇ ਬਲਵੰਡੇ ਦੀ ਵਾਰ ਹੈ ਨਾ ਗੁਰੂ ਗ੍ਰੰਥ ਸਾਹਿਬ 'ਚ, ਉਹਦੇ 'ਚ ਆਉਂਦਾ ਲਹਿਣੇ ਦੀ ਫਿਰ ਆਈ ਹੈ, ਹਾਂਜੀ ਨਾਨਕਾ ਦੋਹੀ ਖੱਟੀ ਹੈ, ਜੋਤ 오ਹਾ ਜੁਗਤ ਸਾਏ ਸੈਕਾਇਆ ਫੇਰ ਪਲਟੀ ਹੈ, ਜਿਹਦੇ 'ਚ ਅੱਗੇ ਜਾ ਕੇ ਆਪਾਂ ਪੜ੍ਹਦੇ ਹਾਂ ਵੀ ਹੋ ਵੈਸੇ ਵਤ ਕਸਮ ਦੀ ਨੂਰ ਅਰਸੋਂ ਕੁਰਸੋਂ ਚਟੀ ਹੈ, ਉੱਥੇ ਲਹਿਣਾ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ। ਜੀ ਮਤਲਬ ਕਿ ਉਹਨਾਂ ਦਾ ਪਹਿਲਾ ਨਾਮ ਹੀ ਜਿਹੜਾ ਜੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ। ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਸਾਂ, ਭਾਈ ਲਹਿਣਾ ਗੁਰੂ ਨਾਨਕ ਦੇਵ ਸਾਹਿਬ ਨਾਲੋਂ ਉਮਰ ਦੇ ਵਿੱਚ 35 ਸਾਲ ਛੋਟੇ ਆ। ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਆਗਮਨ ਹੈ, ਉਹਨਾਂ ਦਾ ਪ੍ਰਕਾਸ਼ ਹੈ ਜਿਹੜਾ, ਜੀ ਉਹ ਹੈਗਾ ਸਨ 1469 ਦਾ। ਜੀ ਗੁਰੂ ਅੰਗਦ ਦੇਵ ਸਾਹਿਬ, ਕਿਉਂਕਿ ਅੱਜ ਆਪਾਂ ਉਹਨਾਂ ਦਾ ਗੁਰਤਾ ਗੱਦੀ ਦਿਹਾੜਾ ਮਨਾ ਰਹੇ, ਇਸ ਕਰਕੇ ਉਹਨਾਂ ਦੇ ਜਿਹੜੇ ਆਗਮਨ ਦੀ ਜਨਮ ਦੀ ਜਿਹੜੀ ਡੇਟ ਹੈ ਉਹ ਵੀ ਸਨ ਆਪ ਨਾਲ ਸਾਂਝੀ ਕਰ ਰਹੇ ਹਾਂ। ਗੁਰੂ ਨਾਨਕ ਦੇਵ ਸਾਹਿਬ 1469 ਦੇ ਵਿੱਚ ਉਹਨਾਂ ਦਾ ਆਗਮਨ ਹੁੰਦਾ, ਜੀ 1469, ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜਿਹੜੇ ਆ ਉਹ ਹੈਗੇ 1504। ਅੱਛਾ ਜੀ 35 ਸਾਲ ਗੁਰੂ ਨਾਨਕ ਦੇਵ ਸਾਹਿਬ ਨਾਲੋਂ ਉਮਰ 'ਚ ਛੋਟੇ ਆ। ਜੀ ਕਿੱਡੀ ਕਮਾਲ ਦੀ ਗੱਲ ਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਕਿੰਨੀ ਦੁਨੀਆ ਦਾ ਚੱਕਰ ਲਾਇਆ ਸੰਸਾਰ 'ਚ, ਕਿੱਥੇ ਨਨਕਾਣਾ ਸਾਹਿਬ ਜਿੱਥੇ ਉਹ ਪੈਦਾ ਹੋਏ, ਤੇ ਕਿੱਥੇ ਇੰਡੀਆ ਦੇ ਸ਼ਹਿਰ, ਕਿੱਥੇ ਕਲਕੱਤੇ, ਕਿੱਥੇ ਜਗਨਨਾਥਪੁਰੀ, ਕਿੱਧਰ ਬਨਾਰਸ, ਹਨ, ਤੇ ਕਿੱਧਰ ਇੱਧਰ ਸ੍ਰੀਲੰਕਾ ਵਾਲੇ ਪਾਸੇ, ਜੀ ਉਧਰ ਸਾਊਦੀ ਅਰਬ, ਬਗਦਾਦ, ਇਰਾਕ ਦੇ ਵਿੱਚ, ਉੱਥੋਂ ਤੱਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਏ। ਖੈਰ, ਜਦੋਂ ਸਾਰੀਆਂ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਸਮਾਪਤ ਕਰ ਦਿੱਤੀ, ਸਨ 1521 ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਨਗਰ ਵਸਾਇਆ। ਜੀ ਇਹ ਉਹੀ ਕਰਤਾਰਪੁਰ ਸਾਹਿਬ ਜਿਹੜਾ ਹੁਣ ਪਾਕਿਸਤਾਨ, ਜਿਹਦਾ ਕੋਰੀਡੋਰ ਲਾਂਘੇ ਦੀ ਹਾਂਜੀ ਆਪਾਂ ਗੱਲ ਕਰਦੇ, ਜਿਹੜਾ ਖੁੱਲਿਆ ਸੀ 1521 ਚ ਗੁਰੂ ਨਾਨਕ ਦੇਵ ਸਾਹਿਬ ਨੇ ਦੂਰ ਦੁਰੇਡੇ ਜਾਣਾ ਜਿਹੜਾ ਇਹ ਛੱਡ ਦਿੱਤਾ ਸੀ। ਫਿਰ ਜੀ 1521 ਤੋਂ ਲੈ ਕੇ ਤੇ 1539 ਤੱਕ ਆਪਣੇ ਜੋਤੀ ਜੋਤ ਸਮਾਉਣ ਤੱਕ ਮਹਾਰਾਜ ਕਰਤਾਰਪੁਰ ਸਾਹਿਬ ਹੀ ਰਹੇ। ਜੀ ਨੇੜੇ ਤੇੜੇ ਜਾਂਦੇ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਨੇੜੇ ਨੇੜੇ 10 20 50 ਮੀਲ ਚਲੇ ਗਏ, ਪਰ ਦੂਰ ਦੁਰੇਡੇ ਜਿਵੇਂ ਉਦਾਸੀਆਂ ਜਿਹੜੀਆਂ ਸੀ ਉਹ ਸਮਾਪਤ ਕਰਤੀਆਂ। ਔਰ ਉੱਥੇ ਇੰਨੇ ਸਾਲ, ਤਕਰੀਬਨ 18 ਸਾਲ ਦੇ ਕਰੀਬ ਉੱਥੇ ਮਹਾਰਾਜ ਨੇ ਖੇਤੀਬਾੜੀ ਕੀਤੀ। ਹਾਂਜੀ ਅੱਜ ਵੀ ਉਹ ਖੂਹ ਆ ਜੀ ਉੱਥੇ ਕਰਤਾਰਪੁਰ ਸਾਹਿਬ, ਜਿਹਦੇ ਚੋਂ ਮਹਾਰਾਜ ਖੇਤਾਂ ਨੂੰ ਜੀ ਪਾਣੀ ਦਿੰਦੇ, ਹਲ ਵਾਇਆ। ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲ ਸਨ 1532 ਦੇ ਵਿੱਚ ਆਉਂਦੇ। ਜੀ ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਦੀ ਭਾਈ ਲਹਿਣੇ ਦੀ ਸਰੀਰਕ ਉਮਰ 28 ਸਾਲ ਦੀ। ਅੱਛਾ ਜੀ ਹਾਂਜੀ, 1532 ਚ ਆਏ ਹੈ, ਤੇ 1532 ਤੋਂ ਲੈ ਕੇ ਤੇ 1539 ਤੱਕ 7 ਸਾਲ, ਜਿਵੇਂ ਆਪ ਜੀ ਨੇ ਦੱਸਿਆ 7 ਸਾਲ, ਤੇ ਉਹਨਾਂ ਨੇ ਉਹ ਗੁਰੂ ਨਾਨਕ ਦੇਵ ਸਾਹਿਬ ਦੇ ਕੋਲ ਰਹਿ ਕੇ ਜੀ ਸੇਵਾ ਕੀਤੀ ਹੈ। ਪਰ ਜਿਹੜਾ ਕੁਐਸਚਨ ਆਪ ਜੀ ਦਾ ਬੜਾ ਵਧੀਆ ਸੀ, ਬੜੇ ਹੈ ਬਰੀਕੀ ਦੀ ਗੱਲ ਥੋੜੀ ਜੀ, ਕਿਉਂਕਿ ਤੁਸੀਂ ਜਾਣਕਾਰੀ ਰੱਖਦੇ ਆ ਤਾਂ ਕੁਐਸਚਨ ਵੀ ਹੁਣ ਉਹੀ ਕਰੇਗਾ ਨਾ ਜਿਸ ਕੋਲ ਜਾਣਕਾਰੀ। ਤਾਂ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਉਹ 7 ਸਾਲ ਹੀ ਸੇਵਾ ਕਰਕੇ ਗੁਰੂ ਨਾਨਕ ਦੇਵ ਸਾਹਿਬ ਕੋਲ ਉਹਨਾਂ ਨੇ ਇਹ ਸਿੰਘਾਸਨ ਪ੍ਰਾਪਤ ਕਰ ਲਿਆ। ਜੀ ਔਰ ਦੂਸਰੀ ਗੱਲ, ਜਿਹੜੇ ਸਿੱਖ ਗੁਰੂ ਨਾਨਕ ਦੇਵ ਸਾਹਿਬ ਦੇ ਨਾਲ 30 ਸਾਲਾਂ ਤੋਂ 40 ਸਾਲਾਂ ਤੋਂ ਨਾਲ ਰਹਿਣ ਵਾਲੇ ਜੀ ਆਲੇ ਦੁਆਲੇ ਬੈਠੇ ਹੋਏ, ਪਰ ਸਿੰਘਾਸਨ ਲੈਣ ਵੇਲੇ, ਗੁਰਤਾ ਗੱਦੀ ਲੈਣ ਵੇਲੇ ਸਾਰੇ ਉਹਨਾਂ ਤੋਂ ਪਿੱਛੇ ਰਹਿ ਗਏ। ਜੀ ਇਹਦੇ 'ਚ ਕਈ ਕਾਰਨ ਆ ਜੀ।
ਜੋ ਇਤਿਹਾਸ ਦੇ ਝਰੋਖੇ ਚੋਂ, ਇਤਿਹਾਸ ਦੇ ਪੱਖ ਤੋਂ ਆਪਾਂ ਉਹਦਾ ਵਰਣਨ ਕਰ ਸਕਦੇ ਹਾਂ। ਸਭ ਤੋਂ ਇੱਕ ਨੰਬਰ ਤੇ ਜਿਹੜੀ ਗੱਲ ਆ ਜੋ ਗੁਰੂ ਗ੍ਰੰਥ ਸਾਹਿਬ 'ਚ ਆਈ, ਭਾਈ ਲਹਿਣਾ ਜੀ ਦੀ ਸੇਵਾ ਬਹੁਤ ਮਹਾਨ ਹੈ। 7 ਸਾਲਾਂ 'ਚ ਉਹਨਾਂ ਨੇ ਜੋ ਹੁਕਮ ਮੰਨਿਆ, ਜੋ ਆਗਿਆ ਦਾ ਪਾਲਣ ਕੀਤਾ, ਉਹ ਵਰਲਡ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲ ਸਕਦਾ ਜੀ। ਜੀ ਇਹ ਮੈਂ ਇੱਕ ਸਿੱਖ ਪ੍ਰੀਸਟ ਹੋਣ ਦੇ ਨਾਤੇ, ਜਾਂ ਆਪਾਂ ਸਿੱਖੀ ਦੀ ਅੱਜ ਗੱਲ ਕਰ ਰਹੇ ਹਾਂ, ਹਾਂਜੀ ਇਹ ਤਾਂ ਹੈ ਹੀ ਹੈ ਵੀ ਅਸੀਂ ਸਿੱਖਾਂ ਨੇ ਗੱਲ ਕਰ ਰਹੇ ਹਾਂ। ਜੀ ਇੱਕ ਵਿਦਵਾਨ ਹੋਇਆ ਗ੍ਰੀਨ ਲੀਜ਼, ਹਾਂਜੀ ਉਹਨੇ ਇੱਕ ਪੁਸਤਕ ਲਿਖੀ ਆ, ਹਿਸਟਰੀ ਆਫ ਦੀ ਗੁਰੂਜ਼। ਹਾਂਜੀ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਦਾ ਉਹ। ਬਾਕੀ ਕਿਤੇ ਸਮਾਂ ਮਿਲਿਆ ਆਪਾਂ ਵਿਸਥਾਰ ਨਾਲ 10 ਪਾਤਸ਼ਾਹੀਆਂ ਦਾ ਆਪਾਂ ਜ਼ਿਕਰ ਕਰਾਂਗੇ। ਉਹ ਹਰੇਕ ਗੁਰੂ ਦਾ ਇੱਕ ਇੱਕ ਉੱਭਰਦਾ ਹੋਇਆ ਗੁਣ ਲਿਖਦਾ ਹੈ। ਅੱਛਾ ਜੀ। ਹੈ ਤੇ ਇੱਕ ਇੱਕ ਗੁਰੂ ਦੇ ਵਿੱਚ ਸਾਰੇ ਸਾਰੇ ਗੁਣ ਹੀ ਆ। ਬਖਸ਼ਾ ਉਹ ਤੇ ਰੱਬੀ ਨੂਰ ਹੈ, ਉਹ ਤਾਂ ਜੀ ਉਹਦੇ ਤੇ ਗੁਣ, ਉਹਦੇ ਕਹਿਣਾ ਵੀ ਉਹਦੇ ਚ ਆਹ ਗੁਣ ਆ, ਇਹ ਛੋਟੀ ਗੱਲ ਹੈ। ਹਾਂਜੀ ਪਰ ਉਹ ਆਪਣੇ ਤਰੀਕੇ ਨਾਲ ਗ੍ਰੀਨ ਲੀਜ਼ ਜਿਹੜਾ ਉਹ ਲਿਖਦਾ ਹੈ, ਹਰੇਕ ਗੁਰੂ ਦਾ ਇੱਕ ਇੱਕ ਗੁਣ ਉਹਨੇ 10 ਪਾਤਸ਼ਾਹੀਆਂ ਦਾ ਕੱਢਿਆ, ਔਰ ਉਹਦੇ ਨਾਲ ਉਹਦੇ ਚ ਬੜੇ ਵਿਸਥਾਰ ਨਾਲ ਫਿਰ ਉਹ ਉਹਦਾ ਜ਼ਿਕਰ ਕਰਦਾ। ਜੀ ਜਦੋਂ ਉਹ ਗੁਰੂ ਅੰਗਦ ਦੇਵ ਸਾਹਿਬ ਦੀ ਗੱਲ ਕਰਦਾ ਹੈ, ਤਾਂ ਗੁਰੂ ਅੰਗਦ ਦੇਵ ਸਾਹਿਬ ਨੂੰ ਉਹ ਕਹਿੰਦਾ ਵੀ ਐਸਾ ਆਗਿਆਕਾਰੀ ਮੈਂ ਸਾਰੀ ਦੁਨੀਆ ਭਰ ਦੇ ਇਤਿਹਾਸ ਵਿੱਚੋਂ, ਵਰਲਡ ਹਿਸਟਰੀ ਵਿੱਚੋਂ ਮੈਂ ਇੰਨਾ ਆਗਿਆਕਾਰੀ ਓਬੀਡੀਐਂਸ ਕੋਈ ਇਨਸਾਨ ਨਹੀਂ ਵੇਖਿਆ ਜੀ ਭਾਈ ਲੈਣੇ ਵਰਗਾ, ਜੋ ਕਹਿੰਦੇ ਮੈਂ ਉਹਨਾਂ ਦਾ ਇਤਿਹਾਸ ਪੜ੍ਹਿਆ। ਇੱਕ ਤਾਂ ਇਹ ਗੱਲ ਹੈ, ਜੀ ਉਹਦਾ ਮੈਂ ਤੁਹਾਨੂੰ ਜ਼ਿਕਰ ਵੀ ਕਰਾਂਗਾ ਵੀ ਕਿੰਨਾ ਕੁ ਆਗਿਆਕਾਰੀ ਜੀ ਗੁਰੂ ਅੰਗਦ ਦੇਵ ਸਾਹਿਬ ਮੀਨਿੰਗ ਭਾਈ ਲੈਣਾ ਚ ਜੀ ਕਿੰਨੇ ਕੁ ਆਗਿਆਕਾਰੀ ਹੈ ਗੁਰੂ ਨਾਨਕ ਦੇ। ਜੀ ਦੂਸਰੀ ਗੱਲ, ਜਿਹੜਾ ਬਚਨ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਸਾਂ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਚਨ ਆਇਆ, ਗੁਰਤਾ ਗੱਦੀ ਦੇਣ ਵੇਲੇ ਗੁਰੂ ਸਾਹਿਬਾਨਾਂ ਨੇ ਜਦੋਂ ਆਪਣੇ ਤੋਂ ਬਾਅਦ ਵਾਲੇ ਗੁਰੂ ਸਾਹਿਬ ਨੂੰ ਸਿੰਘਾਸਨ ਤੇ ਬਿਠਾਉਣਾ ਹੈ, ਪਹਿਲੇ ਪਾਤਸ਼ਾਹ ਨੇ ਦੂਜੇ ਪਾਤਸ਼ਾਹ ਨੂੰ ਗੱਦੀ ਦੇਣੀ ਹੈ, ਦੂਜੇ ਪਾਤਸ਼ਾਹ ਨੇ ਤੀਜੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇਣੀ ਹੈ। ਔਰ ਇਹ ਕਮਾਲ ਦੀ ਗੱਲ ਹੈ ਵੀ ਦੇਂਦੇ ਰਹੇ ਆ ਆਪਣੇ ਸਰੀਰ ਦੇ ਹੁੰਦਿਆਂ ਹੋਏ। ਹਾਂਜੀ ਹਾਂਜੀ, ਇਹ ਭਾਈ ਗੁਰਦਾਸ ਨੇ ਲਿਖਿਆ, ਥਾਪਿਆ ਲੈਣਾ ਜੀਵਦੇ ਗੁਰ ਆਈ ਸਿਰ ਛਤਰ ਫਿਰਾਇਆ। ਜੀ ਗੁਰੂ ਨਾਨਕ ਦੇਵ ਸਾਹਿਬ ਨੇ ਜੀਵਦੇ ਦਾ ਮਤਲਬ ਗੁਰੂ ਨਾਨਕ ਸਰੀਰਕ ਰੂਪ 'ਚ ਜਦੋਂ ਕਾਇਮ ਆ, ਉਦੋਂ ਉਹਨਾਂ ਨੇ ਭਾਈ ਲੈਣੇ ਨੂੰ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਤੇ ਉਹ ਗੁਰੂ ਗ੍ਰੰਥ ਸਾਹਿਬ 'ਚ ਗੱਲ ਆਈ ਆ, ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋਂ ਹੁਕਮ ਬੁਝ ਨਿਸਾਨ। ਗੁਰੂ ਨਾਨਕ ਦੇਵ ਸਾਹਿਬ ਨੇ ਗੁਰਤਾ ਗੱਦੀ ਦੇਣ ਵੇਲੇ ਭਾਈ ਲਹਿਣੇ ਵਿੱਚ ਇਹ ਜ਼ਰੂਰ ਵੇਖਿਆ ਕਿ ਇਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਲਈ ਧੁਰੋਂ ਬਖਸ਼ਿਸ਼ ਲੈ ਕੇ ਆਏ। ਹਾਂਜੀ ਰੱਬ ਦੇ ਘਰੋਂ ਇਹ ਸਤਿਗੁਰ ਅਖਵਾਉਣ ਵਾਸਤੇ, ਸਤਿਗੁਰ ਬਣਨ ਲਈ ਇਹਨਾਂ ਕੋਲ ਬਖਸ਼ਿਸ਼ ਹੈਗੀ ਆ, ਕਿਉਂਕਿ ਉਹਨੇ ਪਛਾਣਨਾ ਨਾ, ਉਹ ਤੇ ਸਤਿਗੁਰ ਆਪ ਨਾਰਾਇਣ ਕਲਾਧਾਰ ਜੀ ਜਗ ਮੈਂ ਪਰਵਰੇ। ਇਹਦਾ ਅਰਥ ਹੋਰ ਮਾੜਾ ਜਿਹਾ ਖੋਲ ਕੇ ਮੈਂ ਕਰ ਦੇਣਾ, ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ। ਹਾਂਜੀ 2 ਵਾਰੀ ਸਤਿਗੁਰ ਆ ਗਿਆ। ਗੁਰੂ ਨਾਨਕ ਦੇਵ ਸਾਹਿਬ ਨੇ ਜੋ ਆਪਣੀ ਗੁਰਤਾ ਗੱਦੀ ਦੀ ਬਖਸ਼ਿਸ਼ ਦੀ ਵਡਿਆਈ ਦੂਜੇ ਸਤਿਗੁਰ ਨੂੰ ਦਿੱਤੀ, ਹਾਂਜੀ ਕੀ ਵੇਖ ਕੇ ਦਿੱਤੀ? ਉਹਦੀ ਸੇਵਾ, ਉਹਦਾ ਸਿਮਰਨ, ਉਹਦੀ ਬੰਦਗੀ, ਉਹਦਾ ਆਗਿਆਕਾਰੀ ਹੋਣਾ। ਇਹ ਸਾਰੀਆਂ ਗੱਲਾਂ ਹੈਨ ਸਹੀ, ਪਰ ਇੱਕ ਨੰਬਰ ਦੇ ਉੱਤੇ ਜਿਹੜੀ ਗੱਲ ਆ ਉਹ ਹੈਗੀ ਧੁਰੋਂ ਹੁਕਮ ਬੁਝ ਨਿਸਾਨ। ਹਾਂਜੀ ਧੁਰੋਂ ਹੁਕਮ ਮਾਲਕ ਵਾਹਿਗੁਰੂ ਦਾ ਕੀ ਆ, ਜੀ। ਇਹ ਬੁੱਝ ਕੇ ਕਿ ਇਹਨੇ ਹੀ ਗੁਰਤਾ ਗੱਦੀ ਦਾ ਮਾਲਕ ਬਣਨਾ। ਗਿਆਨੀ ਜੀ, ਇਹ ਜੋ ਹੁਕਮ ਦੀ ਗੱਲ ਤੁਸੀਂ ਕਰ ਰਹੇ ਹੋ, ਇਹ ਹੁਕਮ ਗੁਰੂ ਨਾਨਕ ਦੇਵ ਜੀ ਨੂੰ ਸਾਰਿਆਂ ਤੋਂ ਪਹਿਲੇ ਦੂਰੋਂ ਦਿਸ ਜਾਂਦਾ ਹੈ। ਇਹਦੇ ਬਾਰੇ ਤੁਸੀਂ ਮੈਨੂੰ ਦੱਸ ਰਹੇ ਸੀ, ਇਹ ਵੀ ਬਹੁਤ ਇੱਕ ਮੈਂ ਕਹਾਂਗੀ ਇੰਪੋਰਟੈਂਟ, ਇੱਕ ਸ਼ਾਇਦ ਜ਼ਿਆਦਾ ਲੋਕਾਂ ਨੂੰ ਨਾ ਪਤਾ ਹੋਵੇ ਇੱਕ ਫੈਕਟ ਹੈਗਾ। ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦੀ ਹਾਂ। ਇੱਕ ਬ੍ਰੇਕ ਲਈ ਇੱਥੇ ਰੁਕਦੇ ਹਾਂ। ਵਿਊਅਰਸ ਕਿਤੇ ਨਾ ਜਾਓ। ਗੁਰੂ ਅੰਗਦ ਦੇਵ ਜੀ ਸਾਹਿਬਾਨ ਦੀ ਗੁਰਗੱਦੀ ਦਿਵਸ 'ਤੇ ਅੱਜ ਇੱਕ ਸਪੈਸ਼ਲ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਅਤੇ ਵਿਚਾਰ ਜਾਰੀ ਰਹਿਣਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਦੇ ਵਿੱਚ ਅਸੀਂ ਮਨਾ ਰਹੇ ਹਾਂ ਗੁਰੂ ਅੰਗਦ ਦੇਵ ਸਾਹਿਬਾਨ ਜੀ ਦਾ ਗੁਰਗੱਦੀ ਦਿਵਸ। ਅਤੇ ਇਸ ਦਿਹਾੜੇ 'ਤੇ ਸਾਡੇ ਨਾਲ ਜੁੜੇ ਹਨ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਤੋਂ ਧਰਮਵੀਰ ਸਿੰਘ ਜੀ। ਗਿਆਨੀ ਜੀ, ਤੁਸੀਂ ਕਿਸ ਤਰ੍ਹਾਂ ਉਨ 7 ਸਾਲਾਂ ਦੀ ਸੇਵਾ ਅਤੇ ਗੁਰੂ ਦਾ ਜੋ ਇੱਕ ਵਚਨ ਸੀਗਾ ਜੋ ਪਹਿਲਿਓਂ ਆਇਆ ਹੋਇਆ, ਉਹਦੇ ਕਰਕੇ ਗੁਰੂ ਨਾਨਕ ਦੇਵ ਜੀ ਨੇ
ਚੁਣਿਆ ਗੁਰੂ ਅੰਗਦ ਦੇਵ ਜੀ ਨੂੰ, ਭਾਈ ਲਹਿਣਾ ਜੀ ਨੂੰ ਗੁਰਗੱਦੀ ਲਈ, ਬਟ ਇਹ ਜੋ ਉਹਨਾਂ ਦੀ ਸ਼ੁਰੂਆਤ ਸੀਗੀ, ਜਦੋਂ ਉਹ 7 ਸਾਲਾਂ ਦਾ ਸਫ਼ਰ ਸ਼ੁਰੂ ਹੋਇਆ, ਹਾਂਜੀ ਉਹ ਸ਼ੁਰੂਆਤ ਦੀ ਇੱਕ ਬਹੁਤ ਪਿਆਰੀ ਤੁਸੀਂ ਮੈਨੂੰ ਸਾਖੀ ਸੁਣਾ ਰਹੇ ਸੀ। ਮੈਂ ਚਾਹਾਂਗੀ ਇਹਦੇ ਨਾਲ ਅਸੀਂ ਸ਼ੁਰੂ ਕਰਦੇ ਹਾਂਜੀ, ਹਾਂ। ਬਹੁਤ ਵਧੀਆ ਗੱਲ। ਭਈ ਧੁਰੋਂ ਹੁਕਮ ਬੁੱਝ ਨਿਸ਼ਾਨ ਦੀ ਗੱਲ ਵੀ ਚੱਲ ਰਹੀ ਸੀ ਨਾ, ਜਿਹੜੀ ਬਹੁਤ ਵਧੀਆ ਆਪ ਜੀ ਦਾ ਸਵਾਲ। ਵੀ ਗੁਰੂ ਨਾਨਕ ਦੇਵ ਸਾਹਿਬ ਨੇ ਵੇਖਿਆ ਵੀ ਧੁਰੋਂ ਇਹ ਬਖਸ਼ਿਸ਼ ਜਿਹੜੀ ਆ ਜੀ ਇਹ ਲੈ ਕੇ ਆਇਆ। ਗੁਰੂ ਨਾਨਕ ਦੇਵ ਸਾਹਿਬ ਦੇ 70 ਸਾਲਾਂ ਦੇ ਇਤਿਹਾਸ ਵਿੱਚ ਤੁਹਾਨੂੰ ਕੋਈ ਹੋਰ ਐਗਜ਼ਾਮਪਲ, ਕੋਈ ਹੋਰ ਉਦਾਹਰਣ ਕਿਤੇ ਇਹ ਨਹੀਂ ਮਿਲਦੀ ਕਿ ਬਾਬਾ ਨਾਨਕ ਦੇ ਕੋਲ ਕੋਈ ਸਿੱਖ ਦਰਸ਼ਨ ਕਰਨ ਵਾਸਤੇ ਆ ਰਿਹਾ ਹੋਵੇ ਤੇ ਗੁਰੂ ਨਾਨਕ ਦੇਵ ਸਾਹਿਬ ਨੂੰ ਅੱਗੇੋਂ ਲੈਣ ਵਾਸਤੇ ਗਏ ਹੋਣ ਤੇ ਉਹਦੀ ਘੋੜੀ ਦੀਆਂ ਵਾਗਾਂ ਫੜ ਕੇ ਲੈ ਕੇ ਆਏ ਹੋਣ। ਵਾਹ ਜੀ ਵਾਹ। ਆ ਬਹੁਤ ਵੱਡੀ ਗੱਲ ਸੀਗੀ ਜੀ ਕਿ ਉਹ ਐਸਾ ਅੰਤਰਜਾਮੀ ਸਤਿਗੁਰ ਸੀ, ਸਤਿਗੁਰ ਆ, ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਜਿੰਨੇ ਗੁਰਤਾ ਗੱਦੀ ਦਾ ਮਾਲਕ ਬਣਨਾ ਉਹ ਆ ਗਿਆ। ਹਾਲੇ ਕਿ 28 ਸਾਲ ਦੀ ਉਮਰ ਤੱਕ ਜੀ ਭਾਈ ਲਹਿਣਾ ਜੀ ਦੇਵੀ ਦੀ ਪੂਜਾ ਕਰਦੇ ਰਹੇ। ਜੀ ਹਾਂਜੀ, ਮਤਲਬ ਹਿੰਦੂ ਮਤ ਦੇ ਹਾਂਜੀ ਵਿੱਚ, ਤੇ ਹਰ ਸਾਲ ਉਹਨਾਂ ਨੇ ਇਸ ਤਰ੍ਹਾਂ ਮਾਤਾ ਦੇ ਉੱਥੇ ਜਾਣਾ ਸੰਗਤਾਂ ਲੈ ਕੇ, ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਉਣ ਦਾ ਵੀ ਉਹਨਾਂ ਦਾ ਇੱਕ ਇਹ ਸਬੱਬ ਬਣ ਗਿਆ। ਇਹ ਇਧਰਲੇ ਪਾਸੇ ਮੈਂ ਇੱਕ ਮਿੰਟ ਜੀ ਆਪ ਜੀ ਦਾ ਲੈ ਲਈ ਨਾ। ਗੁਰੂ ਅੰਗਦ ਦੇਵ ਸਾਹਿਬ ਭਾਵ ਭਾਈ ਲਹਿਣਾ ਜੀ, ਇਹ ਖਡੂਰ ਸਾਹਿਬ ਜਿੱਥੇ ਆਪਣਾ ਕੰਮਕਾਰ ਕਰਦੇ ਸੀ, ਹਾਂਜੀ ਅੱਜ ਖਡੂਰ ਸਾਹਿਬ ਕਹਿੰਦੇ ਆਪਾਂ ਉਹਨੂੰ, ਉੱਥੇ ਦਾ ਇੱਕ ਸਿੱਖ ਸੀ ਭਾਈ ਜੋਧ। ਜੀ ਉਹ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਪਾਠ ਕਰਦਾ ਹੁੰਦਾ ਸੀਗਾ। ਜੀ ਇਹ ਇੱਕ ਦਿਨ ਗਲੀ ਦੇ ਵਿੱਚੋਂ ਦੀ ਲੰਘ ਰਹੇ ਆ ਭਾਈ ਲਹਿਣਾ, ਤੇ ਉਹ ਉੱਚੀ ਉੱਚੀ ਬੋਲ ਕੇ ਪੜ ਰਿਹਾ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀ ਹੈ। ਵੀ ਜੇ ਆਪਣੇ ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਣਾ ਪੈਣਾ ਮੰਦੇ ਚੰਗੇ ਦਾ, ਤੇ ਮਾੜੇ ਕੰਮ ਕਿਉਂ ਕਰੀਏ ਫਿਰ। ਜੀ ਇਹਦਾ ਅਰਥ ਇਹ ਸੀਗਾ। ਜੀ ਇਹਨੂੰ ਅਰਥ ਸਮਝਣ ਲੱਗਿਆ ਬਹੁਤੀ ਦੇਰੀ ਨਾ ਲੱਗੀ। ਇਹ ਇਹਨਾਂ ਦੀ ਕੰਨੀ ਆਵਾਜ਼ ਪਈ ਭਾਈ ਲਹਿਣੇ ਦੀ ਆਪਣੇ ਪਿੰਡ। ਇਹ ਉਹਨੂੰ ਭਾਈ ਜੋਧ ਪਹਿਲਾਂ ਦਾ ਗੁਰੂ ਨਾਨਕ ਦਾ ਸਿੱਖ ਹੈ। ਹਾਂਜੀ ਇਹ ਭਾਈ ਜੋਧ ਨੂੰ ਜਾ ਕੇ ਪੁੱਛਦੇ ਆ ਵੀ ਭਾਈ ਜੋਧ ਆ ਜਿਹੜੀ ਬਾਣੀ ਪੜ੍ਹਦਾ ਤੂੰ, ਇਹ ਕਿਹਦੀ ਬਾਣੀ ਹੈ? ਉਹ ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਦੀ। ਕਹਿੰਦੇ ਇਹ ਤਾਂ ਬੜੀਆਂ ਠੋਕਰਾਂ ਮਾਰਦੀ ਹੈ, ਹਲੂਣਾ ਦਿੰਦੀ। ਹਾਂਜੀ ਜਿੱਤ ਕੀਤਾ ਪਾਈਏ ਆਪਣਾ, ਜੀ ਜੇ ਆਪਣੇ ਕੀਤੇ ਦਾ ਫਲ ਆਪ ਹੀ ਭੁਗਤਣਾ ਪੈਣਾ, ਹਨਾ? ਜੀ ਤੇ ਕਾਲਬੁਰੀ ਕਿਉਂ ਸਾ ਕਾਲਬੁਰੀ ਕਿਉਂ ਘਾਲੀਏ, ਮਾੜਾ ਕੰਮ ਕਿਉਂ ਕਰੀਏ ਫਿਰ? ਠੇਠ ਪੰਜਾਬੀ ਚ ਇਹਦਾ ਇਹ ਅਰਥ ਹੈ, ਹਾਂਜੀ ਹਨਾ? ਤੇ ਉਹ ਕਹਿੰਦਾ ਵੀ ਜੇ ਮੈਂ ਗੁਰੂ ਨਾਨਕ ਨੂੰ ਮਿਲਣਾ ਹੋਏ, ਫਿਰ ਮੈਂ ਦਰਸ਼ਨ ਕਰਨਾ ਹੋਵੇ ਇਹੋ ਜਿਹੇ ਸਤਿਗੁਰ ਦਾ, ਇੱਕ ਤਾਂ ਤੇਰੀ ਬਾਣੀ ਜਿਹੜੀ ਤੂੰ ਪੜ੍ਹ ਰਿਹਾ ਗੁਰੂ ਨਾਨਕ ਦੀ, ਇੱਕ ਤਾਂ ਇਹ ਝੰਜੋੜਦੀ ਹੈ, ਇੱਕ ਹੈ ਮਿੱਠੀ ਤੇ ਜੀਵਨ ਦਾ ਮਾਰਗਦਰਸ਼ਨ ਕਰਦੀ ਹੈ। ਜੀ ਉਹ ਕਹਿੰਦੇ ਫਿਰ ਜੇ ਤੂੰ ਦਰਸ਼ਨ ਕਰਨਾ ਤੇ ਕਰਤਾਰਪੁਰ ਸਾਹਿਬ ਚਲੇ ਜਾ। ਇਹੀ ਕਰਤਾਰਪੁਰ ਸਾਹਿਬ ਜਿਹੜਾ ਹੁਣ ਪਾਕਿਸਤਾਨ 'ਚ। ਹਾਂਜੀ ਇਹ ਫਿਰ ਘੋੜੀ ਦੇ ਉੱਤੇ ਸਵਾਰ ਹੋ ਕੇ ਜੀ ਕਰਤਾਰਪੁਰ ਸਾਹਿਬ ਆਏ। ਕਰਤਾਰਪੁਰ ਦੇ ਬਾਰ-ਬਾਰ ਪੁੱਛਦੇ ਆ ਉੱਥੋਂ ਦੇ ਲੋਕਾਂ ਨੂੰ, ਕਹਿੰਦੇ ਇੱਥੇ ਗੁਰੂ ਨਾਨਕ ਦੇਵ ਸਾਹਿਬ ਦਾ ਕੋਈ ਅਸਥਾਨ ਹੈ? ਉਹ ਕਹਿੰਦੇ ਜੀ ਹੈਗਾ। ਹਾਂਜੀ ਕਹਿੰਦੇ ਕਿੱਥੇ? ਕਹਿੰਦੇ ਜੀ ਅੱਗੇ ਹੋਰ, ਇੱਥੋਂ ਇਸ ਗਲੀ 'ਚ ਚਲੇ ਜਾਓ, ਇਸ ਗਲੀ 'ਚ ਚਲੇ ਜਾਓ। ਹੋਰ ਗਿਆ, ਹੋਰ ਅੱਗੇ ਪੁੱਛਿਆ ਇੱਥੇ ਗੁਰੂ ਨਾਨਕ ਦਾ ਦਰਬਾਰ ਕਿੱਥੇ ਹੈ? ਉਹ ਕਹਿੰਦੇ ਜੀ ਅੱਗੇ। ਗੁਰੂ ਨਾਨਕ ਦੇਵ ਮਹਾਰਾਜ ਅੱਗੇੋਂ ਲੈਣ ਵਾਸਤੇ ਗਏ ਹੋਏ ਹੋ ਭਾਈ ਲਹਿਣੇ। ਅੱਛਾ ਜੀ। ਹੁਣ ਭਾਈ ਲਹਿਣਾ ਜੀ ਚੱਲਦੇ ਚੱਲਦੇ ਨਾ ਨਗਰ ਕਰਤਾਰਪੁਰ ਸਾਹਿਬ 'ਚ ਗੁਰੂ ਨਾਨਕ ਦੇਵ ਸਾਹਿਬ ਦੇ ਕੋਲ ਹੀ ਚਲੇ ਗਏ। ਅੱਛਾ ਮਹਾਰਾਜ ਕੰਧ ਦੇ ਨਾਲ ਖਲੋਤੇ, ਇਕੱਲੇ ਹੀ ਗੁਰੂ ਸਾਹਿਬ। ਅੱਛਾ ਜੀ। ਤੇ ਭਾਈ ਲਹਿਣਾ ਘੋੜੀ ਤੇ ਸਵਾਰ ਉਹ ਪੁੱਛਦਾ ਵੀ, ਕਹਿੰਦਾ ਵੀ ਗੁਰਮੁਖਾ ਇੱਥੇ ਗੁਰੂ ਨਾਨਕ ਦਾ ਘਰ ਕਿੱਥੇ ਆ? ਤੇ ਗੁਰੂ ਨਾਨਕ ਦੇਵ ਸਾਹਿਬ ਹੱਸ ਕੇ ਕਹਿੰਦੇ ਅੱਛਾ ਗੁਰੂ ਨਾਨਕ ਦੇ ਘਰ ਜਾਣਾ? ਕਹਿੰਦਾ ਜੀ ਹਾਂ। ਉਹ ਕਹਿੰਦਾ ਮੈਂ ਅੱਗੇ ਬੜਿਆਂ ਨੂੰ ਬਥੇਰਿਆਂ ਨੂੰ ਛੱਡ ਕੇ ਆਇਆ ਮੈਂ, ਤੇ ਤੂੰ ਇੰਜ ਕਰ ਵੀ ਮੈਂ ਤੈਨੂੰ ਕੱਲਾ ਉਹਨਾਂ ਦਾ ਘਰ ਹੀ ਨਹੀਂ ਦੱਸਣਾ, ਤੇ ਤੂੰ ਇੰਜ ਕਰ ਵੀ ਘੋੜੀ ਦੀਆਂ ਵਾਗਾਂ ਆਪ ਮੈਨੂੰ ਫੜਾ ਦੇ। ਵਾਹ ਜੀ ਤੇ ਅੱਗੇ ਅੱਗੇ ਤੁਰ ਪਏ। ਕਹਿੰਦੇ ਆ ਮੈਂ ਤੈਨੂੰ ਛੱਡ ਆਉਣਾ। ਹੁਣ ਮੈਂ ਜਿਹੜੀ ਗੱਲ ਕੀਤੀ ਵੀ ਕਿੰਨਿਆਂ ਕੁ ਨੂੰ ਅੱਗੇੋਂ ਬਾਬਾ ਨਾਨਕ ਲੈਣ ਵਾਸਤੇ ਗਏ, ਸਿਰਫ ਲੈਣਾ ਹੀ ਹੈ ਜੀ ਸਾਰੇ ਇਤਿਹਾਸ 'ਚ 17 ਸਾਲਾਂ 'ਚ। ਅੱਗੇ ਅੱਗੇ ਤੁਰਿਆ ਜਾਂਦੇ ਬਾਬਾ ਨਾਨਕ। ਹੁਣ ਨਾ ਪਛਾਣਨ ਦੇ ਦੋ ਕਾਰਨ ਹੈ। ਭਾਈ ਲਹਿਣੇ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਪਛਾਣਿਆ ਨਹੀਂ ਜੀ ਵੀ ਇਹੀ ਬਾਬਾ ਨਾਨਕ ਹੈ। ਪਹਿਲੀ ਗੱਲ ਤਾਂ ਇਹ ਸੀ ਵੀ ਮਿਲਣਾ ਪਹਿਲੀ ਵਾਰੀ। ਹਾਂਜੀ। ਦੂਸਰਾ ਇਹ ਸੀ, ਬੜੀ ਵੱਡੀ ਗੱਲ ਜੇ ਭੈਣ ਜੀ, ਇਹ ਕਿ ਗੁਰੂ ਨਾਨਕ ਦੇਵ ਸਾਹਿਬ ਦੇ ਕੋਲ ਅੱਜ ਦੇ ਵਾਂਗੂ ਭੇਖੀ ਨਹੀਂ ਗਏ ਉਹ, ਵੀ ਬਾਬਾ ਦੂਰੋਂ ਹੀ ਪਤਾ ਲੱਗੇ ਵੀ ਇਹੋ ਹੀ ਚੇਲਿਆਂ ਦੇ ਵਿੱਚ ਇਕੱਲਾ ਬਾਬੇ ਦੇ ਬਸਤਰ ਸਾਰਿਆਂ ਨਾਲੋਂ ਵੱਖਰੇ ਹੋਣ ਤੇ ਦੂਰੋਂ ਪਤਾ ਲੱਗੇ ਵੀ ਇਹ ਆ ਬਾਬਾ। ਆਮ ਸੰਸਾਰੀ ਕੱਪੜੇ ਪਾਏ, ਖੇਤੀਬਾੜੀ ਕਰਨ ਵਾਲੇ, ਖੇਤਾਂ 'ਚੋਂ ਕੰਮ ਕਰਦੇ ਆਏ ਆ। ਜੀ
ਤੇ 18 ਸਾਲ ਉੱਥੇ ਖੇਤੀਬਾੜੀ ਕੀਤੀ ਉਹਨਾਂ ਨੇ। ਉਹ ਕਹਿੰਦੇ ਵੀ ਇਹ ਕੋਈ ਖੇਤੀਬਾੜੀ ਕਰਨ ਵਾਲਾ ਕੋਈ ਕਿਸਾਨ ਜ਼ਿਮੀਂਦਾਰ ਹੈ। ਫਿਰ ਜਦੋਂ ਘੋੜੀ ਦੇ ਅੱਗੇ ਅੱਗੇ ਬਾਬਾ ਨਾਨਕ ਜੀ ਤੁਰੇ ਜਾਂਦੇ ਨਾ, ਜ਼ਾਹਰ ਪੀਰ ਜਗਤ ਗੁਰ ਬਾਬਾ ਤੇ ਭਾਈ ਲਹਿਣਾ ਸੋਚਦਾ, ਕਹਿੰਦੇ ਇਹ ਵੀ ਕੋਈ ਗੁਰੂ ਨਾਨਕ ਦਾ ਸਿੱਖ ਹੀ ਹੋਣਾ ਫਿਰ, ਹਾਂਜੀ ਜਿਹੜਾ ਮੈਨੂੰ ਲੈ ਚੱਲਿਆ। ਜੀ ਇਹ ਚੰਗਾ ਬੰਦਾ ਲੱਗਦਾ ਜੀ ਵੀ ਪ੍ਰੇਮੀ ਆ ਬਾਬੇ ਨਾਨਕ ਦਾ, ਕੋਈ ਜੀ। ਪਿਆਰ ਵਾਲਾ। ਇਦਾਂ ਸੋਚੀ ਜਾਂਦਾ ਆਪਣੇ ਦਿਮਾਗੀ ਘੋੜੇ ਭਜਾਉਣ ਵਾਲੀ ਗੱਲ ਹੈ ਨਾ। ਤੇ ਸਤਿਗੁਰੂ ਤੁਰੇ ਜਾਂਦੇ ਅੱਗੇ ਅੱਗੇ। ਜਦੋਂ ਦਰਬਾਰ ਦੇ ਕੋਲ ਚੱਲ ਗਏ ਨਾ, ਜਿਹਨੂੰ ਆਪਾਂ ਅੱਜ ਗੁਰਦੁਆਰਾ ਕਹਿੰਦੇ ਨੇ, ਹਾਂਜੀ। ਧਰਮਸ਼ਾਲਾ ਕਹਿੰਦੇ ਨੇ, ਕਹਿੰਦੇ ਗੁਰਮੁਖਾ ਇੱਥੇ ਘੋੜੀ ਬੰਨ੍ਹ ਲਾ ਆਪਣੀ, ਤੇ ਆਹ ਹੈ ਗੁਰੂ ਨਾਨਕ ਦਾ ਘਰ ਆ, ਤੇ ਅੰਦਰ ਚਲਾ ਜਾ, ਦਰਸ਼ਨ ਕਰ ਲਾ ਜਾ ਕੇ। ਜੀ ਹੁਣ ਭਾਈ ਲੈਣੇ ਨੇ ਘੋੜੀ ਤੋਂ ਉਤਰਨਾ, ਘੋੜੀ ਨੂੰ ਕਿੱਲੇ ਨਾ ਬੰਨਣਾ, ਹੱਥ ਮੂੰਹ ਧੋਣਾ, ਲੱਗਣੇ ਨਾ 5-4 ਮਿੰਟ। ਹਾਂਜੀ ਹਾਂਜੀ ਇੰਨੇ ਨੂੰ ਗੁਰੂ ਨਾਨਕ ਦੇਵ ਸਾਹਿਬ ਅੰਦਰ ਬਹਿ ਕੇ ਜਾ ਕੇ ਸਿੰਘਾਸਨ ਤੇ। ਭਾਈ ਲੈਣਾ ਜੀ ਜਦੋਂ ਹੱਥ ਮੂੰਹ ਧੋ ਕੇ ਅੰਦਰ ਗਏ, ਜਾ ਕੇ ਵੇਖਿਆ, ਮੱਥਾ ਟੇਕਿਆ, ਮੱਥਾ ਟੇਕ ਲਿਆ। ਹਾਂਜੀ ਜਦੋਂ ਨਮਸਕਾਰ ਕਰਕੇ ਚੰਗੀ ਤਰ੍ਹਾਂ ਦੇਖਿਆ ਕਿ ਸ਼ਾਇਦ ਮੇਰੀਆਂ ਅੱਖਾਂ ਭੁਲੇਖਾ ਖਾਂਦੀਆਂ, ਹਾਂਜੀ ਉਹ ਕਹਿੰਦੇ ਵੀ ਇਹ ਤਾਂ ਉਹੀ ਹੋਇਆ ਜਿਹੜਾ ਮੇਰੀ ਘੋੜੀ ਦੀਆਂ ਵਾਗਾਂ ਫੜ ਕੇ ਲੈ ਕੇ ਆਇਆ। ਇਹ ਤੇ ਇਹ ਗੁਰੂ ਨਾਨਕ ਵੀ ਮੈਂ ਤੇ ਪਹਿਲੀ ਵਾਰੀ ਆਇਆ ਤੇ ਆਉਂਦਿਆਂ ਹੀ ਗਲਤੀ। ਬੈਠ ਗਏ ਥੋੜੇ ਜਿਹੇ ਹਟਵੇਂ ਤੇ ਸਿਰ ਥੱਲੇ ਨੂੰ ਸੁੱਟ ਲਿਆ, ਜੀ ਚੁੱਪ। ਜਦੋਂ ਕੋਈ ਗੱਲਬਾਤ ਨਾ ਕੀਤੀ ਤੇ ਥੋੜੀ ਦੇਰ ਬਾਅਦ ਗੁਰੂ ਨਾਨਕ ਦੇ, ਜਦੋਂ ਕਹਿੰਦੇ ਮਿੰਟ ਕੁ ਬਾਅਦ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਗੁਰਮੁਖਾ ਲੱਗਦਾ ਕਿਤੇ ਦੂਰੋਂ ਆਇਆ, ਥੱਕਿਆ ਹੋਇਆ, ਹਾਂਜੀ ਪਚਨ ਨਹੀਂ ਕਰਦਾ ਕੋਈ। ਹਾਂਜੀ ਪਤਾ ਸਾਰਾ ਉਹਨੂੰ ਗੁਰੂ ਤੇ ਲੈਣ ਵਾਸਤੇ ਗਿਆ ਉਹਨੂੰ ਤੇ ਅੱਗੇ, ਜੀ ਪਰ ਉਹਦੀ ਨਬਜ ਟਾਉਂਦੇ ਆ। ਕਹਿੰਦੇ ਗੁਰਮੁਖਾ ਲੱਗਦਾ ਕਿਤੇ ਦੂਰੋਂ ਆਇਆ, ਥੱਕਿਆ ਹੋਇਆ ਆਇਆ, ਕੋਈ ਬਚਨ ਨਹੀਂ ਕਰਦਾ ਬਈ ਇੱਥੇ ਚੁੱਪ ਕਰਕੇ ਨਹੀਂ, ਜੀ ਇੱਥੇ ਤੇ ਕੁਝ ਕਹੀਏ ਤੇ ਕੁਝ ਸੁਣੀਏ। ਜੀ ਤੇ ਉਹ ਕਹਿੰਦਾ ਮਹਾਰਾਜ ਕਹਿਣਾ ਸੁਣਨਾ ਕੀ ਆ, ਪਹਿਲੀ ਵਾਰੀ ਆਇਆ, ਪਹਿਲੇ ਦਿਨ ਆਇਆ, ਆਉਂਦਿਆਂ ਹੀ ਗਲਤੀ ਕਰ ਲਈ। ਮਹਾਰਾਜ ਕਹਿੰਦੇ ਕੀ ਗਲਤੀ ਕੀਤੀ ਤੂੰ? ਕਹਿੰਦਾ ਪਾਤਸ਼ਾਹ ਵੀ ਮੈਂ ਘੋੜੀ ਤੇ ਸਵਾਰ ਹੋ ਕੇ, ਤੁਸੀਂ ਤੁਰ ਕੇ, ਮੈਂ ਮਹਾਰਾਜ ਤੁਹਾਨੂੰ ਪਛਾਣਿਆ ਨਹੀਂ। ਦੂਸਰਾ ਇਹ ਘੋੜੀ ਦੇ ਪੈਰਾਂ ਨਾਲ ਜਿੰਨਾ ਮਿੱਟੀ ਘਟਾ ਉੱਡਦਾ ਰਿਹਾ, ਜੀ ਤੁਹਾਡੇ ਤੇ ਪੈਂਦਾ ਰਿਹਾ। ਜੀ। ਮੈਨੂੰ ਤੇ ਨੀਵੇਂ ਹੋ ਕੇ ਆਉਣਾ ਚਾਹੀਦਾ ਹੈ, ਜੀ ਤੇ ਮੈਂ ਉੱਚਾ ਹੋ ਕੇ ਘੋੜੀ ਤੇ ਚੜ ਕੇ। ਜੀ ਗੁਰੂ ਨਾਨਕ ਥੋੜਾ ਜਿਹਾ ਹੱਸ ਕੇ ਪਤਾ ਕੀ ਕਹਿੰਦੇ, ਕਹਿੰਦੇ ਬਾਕੀ ਗੱਲਾਂ ਬਾਅਦ ਚ ਕਰਾਂਗੇ, ਤੂੰ ਕੀ ਗਲਤੀ ਕੀਤੀ ਕੀ ਨਹੀਂ ਕੀਤੀ, ਤੇਰਾ ਨਾਂ ਕੀ ਆ? ਕਹਿੰਦਾ ਜੀ ਮੇਰਾ ਨਾਮ ਲੈਣਾ। ਤੇ ਗੁਰੂ ਨਾਨਕ ਹੱਸ ਕੇ ਨਾ ਹਾਂਜੀ ਕਹਿੰਦੇ ਲੈਣਾ? ਕਹਿੰਦਾ ਜੀ ਹਾਂ। ਕਹਿੰਦੇ ਲੈਣਿਆ ਤੂੰ ਸਾਡੇ ਕੋਲੋਂ ਲੈਣਾ ਤੇ ਅਸੀਂ ਤੇਰਾ ਦੇਣਾ। ਵਾਹ ਮੈਂ ਤੇ ਤੇਰਾ ਦੇਣਦਾਰ ਆ, ਵਾਹ ਜੀ ਵਾਹ ਤੂੰ ਤੇ ਲੈਣ ਆਇਆ। ਤੇ ਜਿਹੜੇ ਲੈਣ ਵਾਸਤੇ ਆਉਂਦੇ ਹੁੰਦੇ ਨਾ, ਲੈਣ ਵਾਲੇ, ਉਹ ਘੋੜੀਆਂ ਤੇ ਚੜ ਕੇ ਆਉਂਦੇ, ਉੱਚੇ ਹੋ ਗਏ ਨਾ। ਕਿਸੇ ਨੇ ਹੁਣ ਕਿਸੇ ਕੋਲੋਂ ਕੁਝ ਲੈਣਾ, ਉਹਨੇ ਉਹਦਾ ਦੇਣਾ, ਉਹਦਾ ਦੇਣਾ। ਹਾਂਜੀ ਆਪਣੇ ਕੋਲੋਂ ਨਹੀਂ, ਇਹ ਤੇ ਧੁਰੋਂ ਤੂੰ ਬਖਸ਼ਿਸ਼ ਲੈ ਕੇ ਆਏ ਹੋਏ ਆ, ਤੇ ਇਹ ਤੇ ਲਿਖਿਆ ਵਾ ਤੇਰੇ ਵੀ ਮੈਂ ਤੈਨੂੰ ਦੇਣਾ। ਕਹਿੰਦੇ ਜਿਹੜੇ ਲੈਣੇਦਾਰ ਹੁੰਦੇ ਆ ਨਾ, ਉਹ ਘੋੜੀਆਂ ਤੇ ਚੜ ਕੇ ਆਉਂਦੇ। ਲੈਣੇ ਦੀਆਂ ਅੱਖਾਂ 'ਚ ਅਥਰੂ ਆ ਗਏ। ਬਾਬਾ ਜਿਹੋ ਜਿਹਾ ਤੇਰੇ ਬਾਰੇ ਸੁਣਿਆ ਸੀ ਨਾ, ਉਹੋ ਜਿਹਾ ਹੀ ਦੇਖਿਆ। ਮੈਨੂੰ ਦੱਸਿਆ ਸੀ ਭਾਈ ਜੋਧ ਨੇ, ਇਦਾਂ ਦਾ ਹੈ ਬਾਬਾ ਨਾਨਕ, ਪਿਆਰ 'ਚ ਭਿੱਜਾ। ਬਾਬਾ ਜੇ ਕੁਛ ਦੇਣਾ ਹੈ ਨਾ, ਸਿੱਖੀ ਬਖਸ਼। ਤੇ ਇੱਕ ਵਾਰੀ ਗੁਰੂ ਨਾਨਕ ਇਹ ਕਹਿ ਦੇ ਕਿ ਲੈਣਿਆ ਮੈਂ ਤੈਨੂੰ ਆਪਣਾ ਬਣਾ ਲਿਆ, ਤੇਰਾ ਹੋਣ ਵਾਸਤੇ ਆਇਆ ਮੈਂ, ਜੀ ਤੇਰਾ ਹੋਣ ਲਈ ਆਇਆ ਮੈਂ, ਆਪਣਾ ਬਣਾ ਲਿਆ। ਜੀ ਗੁਰੂ ਨਾਨਕ ਕਹਿੰਦੇ ਆਪਣਾ ਤੇ ਬਣਾਉਨੇ ਆ, ਪਰ ਇੱਕ ਬਚਨ ਕਰਨਾ ਮੈਂ ਤੇਰੇ ਨਾਲ। ਭਾਈ ਲੈਣਾ ਜੀ ਕਹਿੰਦੇ ਦੱਸੋ। ਅੱਖਾਂ 'ਚ ਆਂਸੂ ਪਿਆਰ ਦੇ, ਸ਼ਰਧਾ ਦੇ। ਗੁਰੂ ਨਾਨਕ ਕਹਿੰਦੇ ਲੈਣਿਆ ਤੂੰ ਚਾਹੁੰਦਾ ਤੇਰੀ ਸੁਰਤ ਨੂੰ ਪ੍ਰੀਤਮ ਦੇ ਘਰ ਤੱਕ ਪਹੁੰਚਾਈਏ, ਪਰਮੇਸ਼ਰ ਨਾਲ ਜੋੜ ਦਈਏ ਤੈਨੂੰ? ਹਾਂਜੀ ਕਹਿੰਦਾ ਜੀ ਕਰੋ ਕਿਰਪਾ। ਬੜੀ ਪਿਆਰੀ ਗੱਲ 'ਚ ਮੈਨੂੰ ਚੰਗੀ ਲੱਗਦੀ ਹੈ, ਮੈਂ ਤਾਂ ਆਪ ਜੀ ਨਾਲ, ਸੰਗਤਾਂ ਨਾਲ ਸਾਂਝੀ ਕਰਨੀ ਚਾਹੁੰਦਾ ਅੱਜ ਦੇ ਦਿਹਾੜੇ ਤੇ। ਜੀ ਗੁਰੂ ਨਾਨਕ ਕਹਿੰਦੇ ਲੈਣਿਆ ਜਦੋਂ ਤੂੰ ਨਗਰ ਦੇ ਬਾਹਰ-ਬਾਹਰ ਸਾਂ, ਗਲੀਆਂ 'ਚ, ਤੇ ਤੂੰ ਪੁੱਛਦਾ ਸਾਂ ਨਾ ਇੱਥੇ ਗੁਰੂ ਨਾਨਕ ਦਾ ਦਰ ਕਿੱਥੇ ਆ? ਮਹਾਰਾਜ ਕਹਿੰਦਾ ਹਾਂ ਪੁੱਛਦਾ ਸਾਂ। ਕਹਿੰਦੇ ਫਿਰ ਤੂੰ ਆਪਣੀ ਘੋੜੀ ਦੀਆਂ ਵਾਗਾਂ ਮੈਨੂੰ ਫੜਾਈਆਂ? ਕਹਿੰਦਾ ਜੀ ਫੜਾਈਆਂ। ਕਹਿੰਦੇ ਤੈਨੂੰ ਗੁਰੂ ਨਾਨਕ ਦੇ ਦਰ ਤੱਕ ਲੈਣ ਦਾ? ਜੀ ਕਹਿੰਦਾ ਜੀ ਲੈਣ ਦਾ। ਕਹਿੰਦੇ ਜਿਵੇਂ ਤੂੰ ਘੋੜੀ ਦੀਆਂ ਮੈਨੂੰ ਵਾਗਾਂ ਫੜਾਈਆਂ ਸੀ ਤੇ ਤੈਨੂੰ ਨਾਨਕ ਦੇ ਦਰ ਤੱਕ ਲੈਣ ਦਾ, ਹੁਣ ਆਪਣੇ ਮਨ ਦੀਆਂ ਵਾਗਾਂ ਮੇਰੇ ਹੱਥ 'ਚ ਫੜਾ ਦੇ, ਵਾਹ ਕਿੰਨੀ ਵੱਡੀ ਗੱਲ ਹੈ। ਤੈਨੂੰ ਪ੍ਰੀਤਮ ਦੇ ਘਰ ਤੱਕ ਪਹੁੰਚਾ ਦੇਣਾ, ਰੱਬ ਦੇ ਘਰ ਤੱਕ। ਤੂੰ ਘੋੜੀ ਦੀਆਂ ਵਾਗਾਂ ਮੈਨੂੰ ਫੜਾਈਆਂ, ਤੈਨੂੰ ਦਰ ਤੱਕ ਲੈ ਆਇਆ, ਹੁਣ ਮਨ ਦੀਆਂ ਵਾਗਾਂ
ਮੇਰੇ ਹੱਥ 'ਚ ਫੜਾ ਦੇ, ਤੈਨੂੰ ਪ੍ਰੀਤਮ ਦੇ ਘਰ ਤੱਕ ਲੈ ਜਾਊਂ, ਰੱਬ ਦੇ ਘਰ ਤੱਕ। ਮਨ ਦੀਆਂ ਵਾਗਾਂ ਦਾ ਮਤਲਬ ਸਮਝਦੇ ਆਪਾਂ, ਪਤਾ ਲੱਗਦੀ ਕਿ ਮੈਨੂੰ ਦੇ ਦੇ, ਮੇਰੇ ਹਵਾਲੇ ਕਰ ਦੇ, ਜਦੋਂ ਵਾਗਾਂ ਫੜੀਆਂ ਘੋੜੀ ਦੀਆਂ, ਜਿੱਧਰ ਖਿੱਚੋਗੇ ਉਧਰ ਨੂੰ ਜਾਣਾ ਜੀ। ਮੈਨੂੰ ਫੜਾ ਦੇ ਮਨ ਦੀਆਂ ਵਾਗਾਂ। ਚਰਨਾਂ ਤੇ ਰੱਖ ਕੇ ਸਿਰ ਭਾਈ ਲਹਿਣੇ ਨੇ ਕਿਹਾ, ਬਾਬਾ ਮਨ ਦੀਆਂ ਵਾਗਾਂ ਦੀ ਗੱਲ ਛੱਡ, ਅੱਜ ਤੋਂ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਲਹਿਣਾ ਤੇਰਾ, ਰੋਮ ਰੋਮ ਤੇਰਾ ਹੋ ਗਿਆ, ਆਪਣਾ ਗੁਲਾਮ ਬਣਾ ਕੇ ਰੱਖ ਲਾ। ਗੁਰੂ ਨਾਨਕ ਨੇ ਉੱਠ ਕੇ ਨਾ ਸਿੰਘਾਸਣ ਤੋਂ ਜੀ ਘੁੱਟ ਕੇ ਚਰਨਾਂ ਤੋਂ ਚੁੱਕ ਕੇ ਜੱਫੀ ਪਾ ਲਈ। ਕਹਿੰਦੇ ਲੈਣਿਆ, ਗੁਲਾਮ ਬਣ ਕੇ ਸੇਵਾ ਕਰਦਾ ਰਹੀ ਤੇ ਰੋਮ ਰੋਮ ਕਰਕੇ ਗੁਰੂ ਦਾ ਬਣ ਕੇ ਰਹੀ। ਅੱਜ ਗੁਲਾਮ ਬਣ ਕੇ ਆਇਆ, ਇਸ ਘਰ ਦਾ ਮਾਲਕ ਬਣਾ ਦੂੰਗਾ ਤੈਨੂੰ। ਇਹ ਉਦੋਂ ਨਹੀਂ ਕਹਿਤਾ, ਇੱਕ ਉਦੋਂ ਨਹੀਂ ਕਹਿਤਾ, ਉਸ ਤੋਂ ਪਹਿਲੇ ਦਿਨ ਹੀ ਕਹਿਤਾ ਜੀ। ਉਹਨੇ ਕਿਹਾ ਸੀ ਸਭ ਕੁਝ ਤੇਰਾ, ਜਿੱਥੇ ਬਿਠਾਏਗਾ ਬੈਠਾ ਰਹੂੰਗਾ, ਜਿੱਥੇ ਭੇਜੇਗਾ ਜੀ ਉੱਥੇ ਜਾਊਂਗਾ। ਸਿਰਫ ਇੱਕ ਵਾਰੀ ਰਸਨਾ ਤੋਂ ਬਾਬਾ ਇਹ ਕਹਿ ਦੇ, ਬਾਬਾ ਨਾਨਕ, ਕਿ ਲੈਣਿਆ ਮੈਂ ਤੈਨੂੰ ਆਪਣਾ ਬਣਾ ਲਿਆ। 7 ਸਾਲ ਉਸ ਦਿਨ ਤੋਂ ਲੈ ਕੇ ਸੇਵਾ, ਐਸੀ ਸੇਵਾ ਕਮਾਈ ਆ, ਏਡਾ ਆਗਿਆਕਾਰੀ ਸਿੱਖ, ਤੁਸੀਂ ਹੈਰਾਨ ਹੋ। ਇੱਕ ਬੜੀਆਂ ਦਲੀਲਾਂ 7 ਸਾਲਾਂ 'ਚ ਬਹੁਤ ਇਤਿਹਾਸ ਆ ਜੀ। ਪਰ ਇੱਕ ਦਲੀਲ ਮੈਂ ਤੁਹਾਨੂੰ ਦੇਣਾ। ਜੀ ਸੁੱਤੇ ਹੋਏ ਆ ਰਾਤ, ਆਰਾਮ ਕਰ ਰਹੇ, ਮਤਲਬ ਭਾਈ ਲੈਣਾ ਜੀ, ਜੀ ਗੁਰੂ ਨਾਨਕ ਦੇਵ ਸਾਹਿਬ ਵੀ ਆਰਾਮ ਕਰਦੇ ਪਏ ਕਮਰੇ 'ਚ, ਨੇੜੇ ਸੌਂਦਾ ਸੀ ਜੀ ਵੀ ਰਾਤ ਵੀ ਕਿਤੇ ਆਵਾਜ਼ ਪੈ ਗਈ ਜੀ ਤੇ ਜੋ ਮਹਾਰਾਜ ਨੇ ਸੇਵਾ ਕਹੀ ਉਹ ਕਰਨੀ। ਬਰਸਾਤ ਹੋ ਰਹੀ, ਬਹੁਤ ਮੀਂਹ ਪੈ ਰਿਹਾ, ਬਾਹਰ ਕੁਛ ਡਿੱਗਣ ਦੀ ਆਵਾਜ਼ ਆਈ, ਕੁਛ ਗਿਰ ਗਿਆ। ਗੁਰੂ ਨਾਨਕ ਦੇਵ ਸਾਹਿਬ ਨੇ ਆਵਾਜ਼ ਦਿੱਤੀ, ਲੈਣਿਆ ਜੀ ਮਹਾਰਾਜ, ਜਿਵੇਂ ਸਾਰੀ ਰਾਤ ਜਾਗਦਾ ਹੀ ਹੋਵੇ। ਜੀ ਮਹਾਰਾਜ। ਕਹਿੰਦੇ ਬਾਹਰ ਬਰਸਾਤ ਬਹੁਤ ਹੋ ਰਹੀ ਆ ਤੇ ਲੱਗਦਾ ਕੁਛ ਡਿੱਗਾ ਆ ਬਾਹਰ। ਕੀ ਡਿੱਗਾ ਬਾਹਰ? ਦੇਖ ਕੇ ਆ। ਦੇਖਦਾ ਜੀ, ਭੱਜ ਕੇ ਗਏ ਬਾਹਰ। ਉਸ ਵੇਲੇ ਨਾ ਕਈ ਵਾਰੀ ਜਿਹੜੀਆਂ ਬਾਹਰ 4 ਦੀਵਾਰੀ ਦੀਆਂ ਕੰਧਾਂ ਹੁੰਦੀਆਂ ਸੀ, ਉਹ ਕੱਚੀਆਂ ਹੁੰਦੀਆਂ ਸੀ, ਕਈ ਵਾਰੀ ਮਿੱਟੀ ਨਾਲ ਬਣੀਆਂ ਹੁੰਦੀਆਂ ਸੀ ਕੰਧਾਂ। ਅਸੀਂ ਆਪਣੀ ਹੋਸ਼ 'ਚ ਵੀ ਮੈਂ ਦੇਖਦਾ ਰਿਹਾ ਛੋਟੇ ਹੁੰਦੇ ਆ ਪਿੰਡਾਂ 'ਚ। ਉਹ ਕਹਿੰਦੇ ਭੱਜ ਕੇ ਆਇਆ, ਮੀਂਹ 'ਚ ਭਿੱਜਾ ਹੋਇਆ। ਕਹਿੰਦੇ ਸਤਿਗੁਰੂ ਪਾਤਸ਼ਾਹ, ਜਿਹੜੀ ਆਪਣੀ ਬਾਹਰ 4 ਦੀਵਾਰੀ ਵਾਲੀ ਕੱਚੀ ਕੰਧ ਆ ਨਾ, ਉਹ ਡਿੱਗ ਪਈ ਆ ਬਰਸਾਤ ਨਾਲ। ਤੇ ਮਹਾਰਾਜ ਕਹਿੰਦੇ ਲੈਣਿਆ, ਫਿਰ ਜਿਹੜਾ ਡਿੱਗਿਆ ਉਹਨੂੰ ਉਠਾਉਣਾ ਚਾਹੀਦਾ, ਬਣਾਉਣੀ ਚਾਹੀਦੀ ਕੰਧ। ਇਸ਼ਾਰੇ ਮਹਾਰਾਜ ਦੇ ਬਹੁਤ ਸੀ, ਜਿਹੜਾ ਡਿੱਗਿਆ ਉਹਨੂੰ ਉਠਾਉਣਾ ਆ। ਹਾਂਜੀ, ਗੱਲ ਕੰਧ ਦੀ ਨਹੀਂ, ਕੰਧ। ਸਹਿਜ ਸੁਭਾਅ ਮਹਾਰਾਜ ਕਹਿੰਦੇ ਅੱਛਾ ਜਿਹੜੇ ਡਿੱਗਿਆ ਉਹਨੂੰ ਤੇ ਉਠਾਉਣਾ ਚਾਹੀਦਾ। ਕਹਿੰਦੇ ਬਣਾ ਦਿੰਦੇ ਫਿਰ ਕੰਧ। ਮਿੱਟੀ ਦੀ ਕੰਧ ਆ, ਮੀਂਹ ਪੈ ਰਿਹਾ, ਬਾਹਰ ਚਲੇ ਗਏ। ਬਾਹਰ ਚਲੇ ਗਏ ਤਾਂ ਮਿੱਟੀ ਮਾੜੀ ਮੋਟੀ ਹੱਥਾਂ ਨਾਲ ਮਲ ਮੁਲ ਕੇ ਤੇ ਉਹ ਰੱਖਣ ਲੱਗ ਪਏ, ਉਹ ਬਣਾਉਣ ਲੱਗ ਪਏ ਕੰਧ। ਹਾਂਜੀ, ਉਹ ਮੀਂਹ ਪਈ ਜਾਂਦਾ, ਖੁਰਦੀ ਜਾਂਦੀ। ਥੋੜੀ ਦੇਰ ਅੱਜ ਦੇ ਟਾਈਮ ਤਾਂ ਉਦੋਂ ਘੜੀਆਂ ਦਾ ਹਿਸਾਬ ਹੁੰਦਾ ਸੀਗਾ, ਦੂਸਰੀਆਂ ਘੜੀਆਂ, ਪਲ ਘੜੀ ਤੇ ਨਿਮਖ। ਤੇ ਅੱਜ ਦੇ ਸਮੇਂ 'ਚ ਕਹ ਲਓ ਵੀ ਘੰਟਾ ਕੁ ਲੰਘ ਗਿਆ। ਗੁਰੂ ਨਾਨਕ ਦੇਵ ਸਾਹਿਬ ਨੇ ਵੇਖਿਆ ਵੀ ਉਹ ਲੈਣਾ ਆਇਆ ਹੀ ਨਹੀਂ ਅੰਦਰ। ਤੇ ਉਹ ਜਾ ਕੇ ਦੇਖਿਆ ਤੇ ਉਹ ਕੰਧ ਬਣਾਉਂਦਾ ਪਿਆ ਜੀ। ਤੇ ਸਰਦੀਆਂ ਦੇ ਦਿਨ ਤੇ ਕੰਬ ਰਿਹਾ ਨਾਲ, ਠੰਡ ਨਾਲ। ਗੁਰੂ ਨਾਨਕ ਦੇਵ ਸਾਹਿਬ ਗਏ, ਲੈਣੇ ਆ ਕੀ ਕਰਦਾ? ਕਹਿੰਦਾ ਜੀ ਤੁਸੀਂ ਕਿਹਾ, ਮੈਂ ਤੁਹਾਨੂੰ ਕਿਹਾ ਸੀ ਕੰਧ ਡਿੱਗੀ ਹੈ ਤੇ ਤੁਸੀਂ ਕਿਹਾ ਡਿੱਗੀ ਹੈ ਤੇ ਉਸਾਰ ਚੁੱਕਣਾ ਚਾਹੀਦਾ ਇਹਨਾਂ ਨੂੰ ਜੀ। ਘੁੱਟ ਕੇ ਜੱਫੀ ਪਾ ਕੇ ਕਹਿੰਦੇ, ਉਹ ਭੋਲਿਆ, ਅੱਜ ਕੱਚੀਆਂ ਕੰਧਾਂ ਉਸਾਰਦਾ ਆ, ਡਿੱਗਿਆਂ ਨੂੰ ਤੂੰ ਹੀ ਚੁੱਕਿਆ ਕਰਨਾ ਹੈ, ਡਿੱਗਿਆਂ ਨੂੰ ਤੂੰ ਉਠਾਇਆ ਕਰਨਾ, ਜੀ, ਤੇਰੀ ਸੇਵਾ ਲੱਗਣੀ ਹੈ। ਬੜੇ ਗੂਝ ਭਰੇ ਬਚਨ ਸੀਗੇ ਜੀ। ਜਿਹੜੇ ਆਉਣ ਵਾਲੇ ਸਮੇਂ 'ਚ ਸੱਚ ਹੋਣੇ ਸੀ, ਕਿਉਂਕਿ ਬਾਬੇ ਨਾਨਕ ਨੂੰ ਪਤਾ ਵਾ ਵੀ ਇਹਨੇ ਇਨ ਵਚਨਾਂ ਬਾਰੇ, ਜੋ ਸੇਵਾ ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ੁਰੂ ਹੋਈ, ਉਹਦੇ ਬਾਰੇ ਮੈਂ ਥੋੜ੍ਹੇ ਜਿਹੇ ਵਿਚਾਰ ਤੁਹਾਡੇ ਸੁਣਨਾ ਚਾਹੁੰਦੀ ਹਾਂ। ਇੱਕ ਹੋਰ ਬ੍ਰੇਕ ਦਾ ਇੱਥੇ ਸਮਾਂ ਆ ਗਿਆ। ਸਾਰਿਆਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਜੁੜੇ ਰਹੋ ਤੇ ਅਸੀਂ ਵੀ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਸਾਡੇ ਸਟੂਡੀਓ ਪਹੁੰਚੇ ਹਨ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਤੋਂ ਧਰਮਵੀਰ ਸਿੰਘ ਜੀ। ਧਰਮਵੀਰ ਸਿੰਘ ਜੀ, ਤੁਸੀਂ ਸਾਨੂੰ ਗੁਰੂ ਅੰਗਦ ਦੇਵ ਮਹਾਰਾਜ ਦੀ ਗੁਰਗੱਦੀ ਦਿਵਸ ਬਾਰੇ ਕਿੰਨਾ ਕੁਝ ਦੱਸ ਰਹੇ ਹੋ। ਪਹਿਲੇ ਵੀ ਜੋ ਤੁਸੀਂ ਸਾਡੇ ਨਾਲ ਜੁੜੇ ਸੀ, ਇੱਕ ਵਾਰੀ ਅਕਸਰ ਕੀਤਾ ਸੀ ਕਿ ਕਈ ਇਹੋ ਜਿਹੀ ਚੀਜ਼ਾਂ ਹੁੰਦੀਆਂ ਜੋ ਕਿਤਾਬਾਂ 'ਚ ਨਹੀਂ
ਮਿਲਦੀਆਂ, ਕਈ ਇਹੋ ਜਿਹੀ ਚੀਜ਼ਾਂ ਹੁੰਦੀਆਂ ਵਿਦਵਾਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਸਿਆਣਿਆਂ ਦੇ ਨਾਲ ਬਹਿ ਕੇ ਮਿਲਦੀਆਂ। ਤੇ ਅੱਜ ਕੁਝ ਇਹੋ ਜਿਹੀ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕਰ ਰਹੇ ਹੋ, ਸਾਡੇ ਗੁਰ ਇਤਿਹਾਸ ਬਾਰੇ ਸਾਨੂੰ ਦੱਸ ਰਹੇ ਹੋ, ਉਹਦੇ ਲਈ ਅਸੀਂ ਧੰਨਵਾਦੀ ਹਾਂ ਤੁਹਾਡੇ ਟਾਈਮ ਲਈ। ਜਦੋਂ ਅਸੀਂ ਗੁਰੂ ਅੰਗਦ ਦੇਵ ਸਾਹਿਬਾਨ ਦੀ ਸੇਵਾ ਦੀ ਗੱਲ ਕਰਦੇ ਹਾਂ, ਭਾਵੇਂ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ 7 ਸਾਲਾਂ ਦੀ ਉਹ ਸੇਵਾ ਸੀਗੀ, ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਕਿਸ ਤਰ੍ਹਾਂ ਦੀ ਉਹ ਸੇਵਾ ਸ਼ੁਰੂ ਹੋਈ, ਸਿੱਖੀ ਨੂੰ ਕੀ ਕੁਝ ਫੁੱਲ ਦੇ ਕੇ ਗਏ ਗੁਰੂ ਅੰਗਦ ਦੇਵ ਗੁਰੂ ਮਹਾਰਾਜ? ਅੰਗਦ ਦੇਵ ਸਾਹਿਬ ਨੇ 7 ਸਾਲ ਜਿਵੇਂ ਸੇਵਾ ਕੀਤੀ, ਜਿਵੇਂ ਪਹਿਲਾਂ ਆਪ ਜੀ ਨੇ ਦੱਸਿਆ ਵੀ ਉਹ ਕੰਧ ਡਿੱਗੀ ਨੂੰ ਉਸਾਰਨਾ, ਔਰ ਗੁਰੂ ਨਾਨਕ ਦੇਵ ਸਾਹਿਬ ਦੇ ਹੱਥ ਦੇ ਵਿੱਚ ਕਟੋਰਾ ਪਕੜਿਆ ਹੋਇਆ ਤੁਰੇ ਜਾ ਰਹੇ, ਕਟੋਰਾ ਮੀਨਿੰਗ ਬਰਤਨ, ਹਾਂਜੀ ਹਾਂਜੀ, ਉਹ ਚਿੱਕੜ ਦੇ ਵਿੱਚ ਸੁੱਟ ਦਿੱਤਾ ਉਹਨਾਂ ਨੇ, ਚਿੱਕੜ 'ਚ ਟੋਆ ਹੈ ਛੋਟਾ ਜਿਹਾ, ਉਹਦੇ 'ਚ ਸੁੱਟ ਦਿੱਤਾ। ਤੇ ਹੁਣ ਗੁਰਤਾ ਗੱਦੀ ਦੀ ਗੱਲ ਜਦੋਂ ਕਰਨੀ, ਨਾਲ ਇਹ ਵੀ ਉਹਨਾਂ ਦੇ ਬੱਚੇ ਵੀ ਨਾਲ ਹੈ, ਸ੍ਰੀ ਚੰਦ ਤੇ ਲਖਮੀ ਦਾਸ, ਦੋਨੋਂ ਬੇਟੇ ਗੁਰੂ ਨਾਨਕ ਦੇਵ ਸਾਹਿਬ ਦੇ। ਮਹਾਰਾਜ ਨੇ ਸ੍ਰੀ ਚੰਦ ਨੂੰ ਵੀ ਕਿਹਾ, ਸ੍ਰੀ ਚੰਦ ਉਹ ਕਟੋਰਾ ਕੱਢ ਕੇ ਲਿਆ, ਚਿੱਕੜ 'ਚ ਡਿੱਗਾ। ਉਹ ਕਹਿੰਦਾ ਪਿਤਾ ਜੀ ਆ ਸੇਵਕ ਬਥੇਰੇ ਤੁਹਾਡੇ ਆਪਣੇ ਨਾਲ ਆ, ਆਪਾਂ ਨੂੰ ਕੀ ਲੋੜ ਕੱਢਣ ਦੀ। ਲਖਮੀ ਦਾਸ ਨੂੰ ਵੀ ਕਿਹਾ ਛੋਟੇ ਨੂੰ, ਲੇਕਿਨ ਉਹਨਾਂ ਨੇ ਇਹ ਕੰਮ ਨਹੀਂ ਕੀਤਾ। ਭਾਈ ਲੈਣੇ ਨੂੰ ਕਿਹਾ, ਲੈਣੇ ਕੱਢ ਕੇ ਲਿਆ ਕਟੋਰਾ, ਉਹਨੇ ਛਾਲ ਮਾਰ ਦਿੱਤੀ ਵਿੱਚ, ਤੇ ਬਰਤਨ ਕੱਢ ਕੇ ਸਾਫ਼ ਕਰਕੇ ਗੁਰੂ ਨਾਨਕ ਦੇਵ ਸਾਹਿਬ ਦੇ ਸਾਹਮਣੇ ਜਦੋਂ ਲੈਂਦਾ, ਤੇ ਪਾਤਸ਼ਾਹ ਕਹਿੰਦੇ, ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਲੈਣਿਆ ਤੂੰ ਅੱਜ ਕਟੋਰਾ ਹੀ ਚਿੱਕੜ ਚੋਂ ਨਹੀਂ ਕੱਢਿਆ, ਤੂੰ ਸਾਰੀ ਲੁਕਾਈ ਨੂੰ ਚਿੱਕੜ ਚੋਂ ਕੱਢ ਦਿੱਤਾ, ਕਿਉਂਕਿ ਤੂੰ ਆਉਣ ਵਾਲੇ ਸਮੇਂ 'ਚ ਚਿੱਕੜ 'ਚ ਡਿੱਗੇ ਲੋਕਾਂ ਨੂੰ ਕੱਢਿਆ ਕਰਨਾ ਹੈ ਜੀ, ਜਿਹੜੇ ਪਾਪਾਂ ਦੇ ਚਿੱਕੜ 'ਚ, ਗੁਨਾਹਾਂ ਦੇ ਚਿੱਕੜ 'ਚ, ਔਗੁਣਾਂ ਦੇ ਚਿੱਕੜ 'ਚ ਜਿਹੜੇ ਫਸੇ ਲੋਕ ਆ, ਤੂੰ ਉਹਨਾਂ ਨੂੰ ਕੱਢਿਆ ਕਰਨਾ। ਇਸ ਕਰਕੇ ਅੱਜ ਤੈਨੂੰ ਤੂੰ ਪੂਰਨੇ ਪਾ ਰਿਹਾ, ਅੱਜ ਤੈਨੂੰ ਉਸ ਰਸਤੇ ਤੇ ਤੋਰ ਰਹੇ ਹਾਂ ਅੱਜ ਅਸੀਂ। ਸੋ ਇਦਾਂ ਦੀਆਂ ਬਹੁਤ ਦਲੀਲਾਂ ਦਿੱਤੀਆਂ ਜਾ ਸਕਦੀਆਂ ਕਿ ਇਹਨੇ ਆਗਿਆਕਾਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਭਾਈ ਲਹਿਣਾ ਜੀ ਸਨ ਗੁਰੂ ਨਾਨਕ ਦੇਵ ਮਹਾਰਾਜ ਦੇ। ਪਰ ਜਦੋਂ ਗੁਰੂ ਨਾਨਕ ਦੇਵ ਸਾਹਿਬ ਨੇ ਜੋਤੀ ਜੋਤ ਸਮਾਉਣਾ ਸੀਗਾ, ਤਾਂ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਨੇ ਸਨ 1539 ਦੀ ਗੱਲ ਹੈਗੀ ਹੈ, ਆਪਣੇ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਫਿਰ ਸਾਰੇ ਸਿੱਖਾਂ ਵਾਲੇ ਪਾਸੇ ਤੱਕ ਕੇ ਜਦੋਂ ਵੇਖਿਆ, ਇੱਕ ਤੇ ਉਹ ਧਰੋਂ ਬਖਸ਼ਿਸ਼, ਆਗਿਆਕਾਰੀ ਤੇ ਰਹਿਮਤ ਦੀ ਨਜ਼ਰ ਮਹਾਰਾਜ ਨੇ ਪਾਈ ਹੋਈ ਹੈ ਉਹਨਾਂ ਦੇ ਉੱਤੇ, ਤੇ ਸਮਰਪਿਤ ਕੀਤਾ ਹੋਇਆ ਉਹਨਾਂ ਨੇ ਆਪਣਾ। 1539 ਚ ਫਿਰ ਗੁਰੂ ਅੰਗਦ ਦੇਵ ਸਾਹਿਬ ਦੀ ਉਮਰ ਉਸ ਵੇਲੇ ਤਕਰੀਬਨ 35 ਸਾਲ ਦੀ ਸੀ। ਇੱਕ ਵਿਦਵਾਨ ਨੇ 2 ਲਾਈਨਾਂ ਲਿਖੀਆਂ, ਜਦੋਂ ਗੁਰੂ ਨਾਨਕ ਦੇਵ ਸਾਹਿਬ ਨੇ ਗੁਰਤਾ ਗੱਦੀ ਦੇ ਕੇ ਮੱਥਾ ਟੇਕਿਆ, ਪਰਿਕਰਮਾ ਕਰਕੇ ਚਰਨਾਂ ਤੇ ਸਿਰ ਰੱਖ ਕੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਪਹਿਲੀ ਵਾਰੀ ਦੁਨੀਆ ਨੇ ਇਹ ਵੇਖਿਆ ਕਿ ਇੱਕ ਦੀਨ ਦੁਨੀ ਦਾ ਮਾਲਕ ਸਤਿਗੁਰੂ ਜਿਹੜਾ ਆਪਣੇ ਸੇਵਕ ਦੇ ਅੱਗੇ ਸਿਰ ਰੱਖ ਕੇ ਨਮਸਕਾਰ ਕਰ ਰਿਹਾ। ਤੇ ਇੱਕ ਵਿਦਵਾਨ ਲਿਖਦਾ, ਕਹਿੰਦਾ ਇਸ਼ਕ ਕੀ ਭੱਠੀ ਮੇ ਢਾਲ ਕਰ, ਇਸ਼ਕ ਮੈਨੂੰ ਪਿਆਰ ਪ੍ਰੇਮ ਦੀ ਭੱਠੀ 'ਚ ਉਹਨੂੰ ਪਾਇਆ, ਪਹਿਲਾਂ ਕੁਠਾਲੀ 'ਚ ਪਾ ਕੇ, ਜਿਵੇਂ ਸੋਨਾ ਸ਼ੁੱਧ ਹੁੰਦਾ ਨਾ ਅੱਗ ਦੇ ਉੱਤੇ, ਇਦਾਂ ਉਹ ਗੁਰੂ ਵੀ ਢਾਲਦਾ। ਇਸ਼ਕ ਕੀ ਭੱਠੀ ਮੇ ਢਾਲ ਕਰ, ਜਿਸ ਦਮ ਕੁੰਦਨ ਕੀਆ, ਕੁੰਦਨ ਸ਼ੁੱਧ ਸੋਨੇ ਨੂੰ ਕਹਿੰਦੇ, ਜਿਸ ਦਮ ਕੁੰਦਨ ਕੀਆ, ਲਹਿਣੇ ਸੇ ਅੰਗਦ ਬਣਾ ਕਰ, ਅੰਗਦ ਸੇ ਅੱਲਾ ਕਰ ਦਿਆ। ਲਹਿਣੇ ਤੋਂ ਅੰਗਦ ਬਣਾਤਾ, ਅੰਗ ਨਾਲ ਲਾ ਕੇ, ਅੰਗਦ ਤੋਂ ਅੱਲਾ ਬਣਾਤਾ, ਰੱਬ ਬਣਾਤਾ। ਜਿਹੜਾ ਲਹਿਣਿਆ ਤੇਰਾ ਅੱਜ ਤੋਂ ਦਰਸ਼ਨ ਕਰਿਆ ਕਰੂਗਾ, ਤੇਰੇ ਚੋਂ ਅੱਲਾ ਦਾ ਦਰਸ਼ਨ, ਰੱਬ ਦਾ ਦਰਸ਼ਨ ਹੋਇਆ ਕਰੂਗਾ ਤੇਰੇ ਚੋਂ। ਤੇਰਾ ਦੀਦਾਰ ਜਿਹੜਾ ਕਰ ਲੂਗਾ, ਤੇਰਾ ਦਰਸ਼ਨ ਕਰਕੇ ਉਹ ਕਿਆ ਕਰੇਗਾ, ਮੈਂ ਰੱਬ ਦਾ ਦਰਸ਼ਨ ਕਰ ਲਿਆ। ਔਰ ਗੁਰਤਾ ਗੱਦੀ ਕਰਤਾਰਪੁਰ ਸਾਹਿਬ ਦਿੱਤੀ। ਉਹਦੇ ਤੋਂ ਬਾਅਦ ਫਿਰ ਗੁਰੂ ਅੰਗਦ ਦੇਵ ਸਾਹਿਬ ਨੇ ਆਪਣਾ ਸਿੱਖੀ ਪ੍ਰਚਾਰ ਦਾ ਜਿਹੜਾ ਕੇਂਦਰ ਆ, ਉਹ ਖਡੂਰ ਸਾਹਿਬ ਬਣਾਇਆ ਤੇ ਖਡੂਰ ਸਾਹਿਬ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ 'ਚ ਭਾਈ ਸਤਾ ਬਲਵੰਡਾ ਜੀ ਨੇ ਆਪਣੀ ਵਾਰ ਦੇ ਵਿੱਚ ਕੀਤਾ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਗੁਰੂ ਅੰਗਦ ਦੇਵ ਸਾਹਿਬ ਫਿਰ ਖਡੂਰ ਸਾਹਿਬ ਆਣ ਕੇ ਸਿੱਖੀ ਪ੍ਰਚਾਰ ਦਾ ਕੇਂਦਰ ਉਹਨਾਂ ਨੇ ਬਣਾਇਆ, ਔਰ ਉੱਥੇ ਉਹਨਾਂ ਨੇ ਆਣ ਕੇ ਸਿੱਖੀ ਦਾ ਪ੍ਰਚਾਰ ਕੀਤਾ। ਜਿਹੜੀ ਭਾਈ ਸਤਾ ਬਲਵੰਡਾ ਜੀ ਦੀ ਵਾਰ 'ਚ ਇਹ ਖਡੂਰ ਸਾਹਿਬ ਦੇ ਬਾਰੇ 'ਚ ਪੰਕਤੀ ਆਉਂਦੀ ਆ, ਗੁਰੂ ਅੰਗਦ ਦੇਵ ਸਾਹਿਬ ਦੇ ਸਪਤਨੀ, ਉਹਨਾਂ ਦੇ ਮਹਿਲ ਮਾਤਾ ਖੀਵੀ ਹੈ ਜਿਹੜੇ, ਉਹਨਾਂ ਦਾ ਨਾਮ ਹੀ ਇਸੇ ਵਾਰ ਦੇ ਵਿੱਚ ਹੀ। ਇਹ ਅਨੋਖੀ ਇੱਕ ਚੀਜ਼ ਹੈਗੀ, ਮਾਤਾ ਖੀਵੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਦੱਸ ਰਹੇ ਸੀ, ਇਹਦੇ ਬਾਰੇ ਵੀ ਥੋੜਾ ਜਿਹਾ ਹੋਰ। ਹਾਂਜੀ, ਇੱਕ ਮਿੰਟ ਇਧਰਲੇ ਪਾਸੇ, ਬੜੀ ਵਧੀਆ ਗੱਲ ਆ। ਜਿੰਨੇ ਵੀ ਗੁਰੂ ਸਾਹਿਬਾਨ 10 ਗੁਰੂ ਸਾਹਿਬਾਨ ਸਰੀਰਕ ਜਾਮੇ 'ਚ ਹੋਏ, ਗੁਰੂ ਹਰਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਛੋਟੀ ਉਮਰ 'ਚ ਜੋਤੀ ਜੋਤ ਸਮਾ ਗਏ। 9 ਦੇ 9 ਹੀ ਬਾਕੀ ਗੁਰੂ ਸਾਹਿਬਾਨ ਜਿਹੜੇ ਉਹ ਗ੍ਰਸਥ ਜੀਵਨ ਵਾਲੇ, ਸਾਰੇ ਹੀ ਗੁਰੂ ਸਾਹਿਬਾਨਾਂ ਦੇ ਮਹਿਲ ਪਤਨੀਆਂ ਸਤਿਕਾਰਯੋਗ, ਪੂਜਨੀਕ ਆ, ਸਿਰ ਝੁਕਦਾ ਉਹਨਾਂ ਦੇ ਚਰਨਾਂ ਤੇ। ਪਰ ਗੁਰੂ ਅੰਗਦ ਦੇਵ ਸਾਹਿਬ ਦੇ ਇੱਕੋ ਇੱਕ ਮਹਿਲ ਆ, ਮਾਤਾ ਖੀਵੀ ਜੀ ਉਹਨਾਂ ਦੇ ਸਪਤਨੀ, ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ। ਉੱਥੇ ਭਾਈ ਸਤਾ ਬਲਵੰਡਾ ਜੀ ਨੇ ਲਿਖਿਆ ਕਿ ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕੇ ਹਾਲੀ। ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ।
ਖਡੂਰ ਸੰਖੇਪ ਦੇ ਵਿੱਚ ਹੀ ਸਿਰਫ ਮੈਂ ਦੱਸ ਰਿਹਾ, ਸਾਰਾ ਵਿਸਥਾਰ ਨਹੀਂ ਕਰ ਰਿਹਾ। ਹਾਂਜੀ ਖਡੂਰ ਸਾਹਿਬ ਜਿੰਨਾ ਲੰਗਰ ਤਿਆਰ ਹੁੰਦਾ ਸੀ, ਹਾਂਜੀ ਉਹ ਸਾਰਾ ਲੰਗਰ ਗੁਰੂ ਅੰਗਦ ਦੇਵ ਸਾਹਿਬ ਦੇ ਮਹਿਲ ਮਾਤਾ ਖੀਵੀ ਦੀ ਕੱਲਾ ਨਿਗਰਾਨੀ 'ਚ ਹੀ ਨਹੀਂ ਸੀ ਤਿਆਰ ਹੁੰਦਾ, ਆਪਣੇ ਹੱਥੀਂ ਕੜਛਾ ਫੇਰਦੇ ਸੀਗੇ ਦਾਲ ਸਬਜ਼ੀ ਦੇ ਵਿੱਚ। ਜੀ ਰਸ ਅੰਮ੍ਰਿਤ ਖੀਰ ਘਿਆਲੀ, ਮਾਤਾ ਖੀਵੀ ਜੀ ਨੇ ਪਹਿਲਾਂ ਚਾਵਲਾਂ ਦੀ ਦੁੱਧ ਦੀ ਖੀਰ ਬਣਾਉਣੀ, ਫਿਰ ਉਹਦੇ 'ਚ ਘਿਓ ਪਾਉਣਾ। ਜੀ ਮਾਤਾ ਖੀਵੀ ਨੇ ਸਾਰਾ ਲੰਗਰ ਮਾਤਾ ਖੀਵੀ ਆਪਣੇ ਹੱਥੀਂ ਬਣਾਉਂਦੇ ਸੀ। ਤੇ ਗੁਰੂ ਅੰਗਦ ਦੇਵ ਸਾਹਿਬ ਨੇ ਕਿਹਾ ਸੀ ਆਪਣੀ ਸਪਤਨੀ ਨੂੰ, ਕਹਿੰਦੇ ਖੀਵੀ ਇੱਥੇ ਦਰਬਾਰ ਵਿੱਚ ਮੈਂ ਵਰਤਾਵਾਂਗਾ ਸ਼ਬਦ ਦਾ ਲੰਗਰ, ਤੂੰ ਵਰਤਾਏਂਗੀ ਗੁਰੂ ਕਾ ਲੰਗਰ, ਤੂੰ ਗੁਰੂ ਕਾ ਲੰਗਰ ਚਲਾਏਂਗੀ, ਮੈਂ ਸ਼ਬਦ ਦਾ ਲੰਗਰ ਚਲਾਉਂਗਾ। ਇਹ ਵੀ ਉਸੇ ਵਾਰ 'ਚ ਹੀ ਆਇਆ ਕਿ ਲੰਗਰ ਚੱਲੈ ਗੁਰ ਸ਼ਬਦ ਹਾਰ, ਤੋਟ ਨਾ ਆਵੀ ਖਟੀਐ। ਇਹ ਮੈਂ ਜ਼ਰੂਰ ਸੰਗਤਾਂ ਨੂੰ ਬੇਨਤੀ ਕਰੂੰਗਾ, ਅੱਜ ਜਿਹੜੇ ਬਾਹਰੀ ਲੰਗਰ ਪ੍ਰਸ਼ਾਦਾ ਪਾਣੀ ਆਪਾਂ ਛਕਾਉਣੇ ਚਾਹੀਦੇ, ਵੱਧ ਤੋਂ ਵੱਧ ਲੰਗਰ ਲਾਉਣੇ ਚਾਹੀਦੇ, ਗਰੀਬਾਂ ਗੁਰਬਿਆਂ ਨੂੰ ਛਕਾਉਣਾ ਚਾਹੀਦਾ, ਪਰ ਸ਼ਬਦ ਦਾ ਲੰਗਰ ਜਿਹੜਾ ਹਾਂਜੀ ਉਹ ਵੀ ਵਰਤਣਾ ਚਾਹੀਦਾ ਜੀ, ਉਹ ਵੀ ਵੱਧ ਤੋਂ ਵੱਧ ਲੰਗਰ ਚੱਲੈ ਗੁਰ ਸ਼ਬਦ ਹਾਰ, ਜੀ ਤੋਟ ਨਾ ਆਵੀ ਖਟੀਐ। ਵੀ ਇਹ ਸ਼ਬਦ ਦਾ ਵੀ ਲੰਗਰ ਹੈ ਜਿਹਦੀ ਕੋਈ ਤੋਟ ਨਹੀਂ ਆਉਂਦੀ। ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਫਿਰ ਖਡੂਰ ਸਾਹਿਬ ਨੂੰ ਜਦੋਂ ਆਪਣਾ ਕੇਂਦਰ ਬਣਾਇਆ, ਗੁਰਮੁਖੀ ਲਿਪੀ ਆ ਜਿਹੜੀ ਅੱਜ ਆਪਾਂ ਬਾਣੀ 'ਚ ਪੜ੍ਹਦੇ ਹਾਂ, ਜਿਹੜੀ ਹਾਂਜੀ ਗੁਰਮੁਖੀ ਲਿਪੀ ਦਾ, ਪੰਜਾਬੀ ਦਾ ਬਹੁਤ ਪ੍ਰਚਾਰ ਕੀਤਾ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਤਾ ਗੱਦੀ ਤੇ ਬੈਠਣ ਤੋਂ ਬਾਅਦ। ਜੀ ਔਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਇੱਕ ਗੁਰਦੁਆਰਾ ਖਡੂਰ ਸਾਹਿਬ, ਉਸ ਗੁਰਦੁਆਰੇ ਦਾ ਨਾਮ ਮੱਲ ਅਖਾੜਾ ਸਾਹਿਬ। ਹਾਂਜੀ ਮੱਲ ਪਹਿਲਵਾਨਾਂ ਨੂੰ ਕਹਿੰਦੇ ਆ, ਜਿਹੜੇ ਪਹਿਲਵਾਨ ਕੁਸ਼ਤੀਆਂ ਲੜਦੇ ਹਾਂਜੀ ਹਾਂਜੀ ਤੇ ਗੁਰੂ ਅੰਗਦ ਦੇਵ ਸਾਹਿਬ ਜਿਹਦਾ ਦੁਪਹਿਰ ਤੋਂ ਬਾਅਦ ਦਾ ਜਿਹੜਾ ਸਮਾਂ, ਆਪਾਂ ਸ਼ਾਮਾਂ ਪੈ ਜਾਣੀਆਂ, ਤਰਕਾਲਾਂ ਪੈ ਜਾਣੀਆਂ, ਆਪਾਂ ਸ਼ਬਦ ਪੰਜਾਬੀ 'ਚ ਵਰਤਦੇ ਆ, ਉਸ ਟਾਈਮ ਦੇ ਉੱਤੇ ਮਹਾਰਾਜ ਕੁਸ਼ਤੀਆਂ ਕਰਾਉਂਦੇ ਹੁੰਦੇ ਸੀ ਸਿੱਖਾਂ ਦੀਆਂ, ਜੀ ਤਾਂ ਕਿ ਸਰੀਰਕ ਤੌਰ ਦੇ ਉੱਤੇ ਵੀ ਮੇਰੇ ਸਿੱਖ ਜਿਹੜੇ ਆ ਹਾਂਜੀ ਇਹ ਤੰਦਰੁਸਤ ਵੀ ਰਹਿਣ, ਰਿਸ਼ਟ ਪੁਸ਼ਟ ਵੀ ਰਹਿਣ, ਜੀ। ਤਿਆਰ ਵੀ ਹੋਣ, ਕਿਉਂਕਿ ਆਉਣ ਵਾਲੇ ਸਮੇਂ 'ਚ ਜੰਗ ਯੁੱਧ ਵੀ ਲੜਨੇ ਆ ਇਹਨਾਂ ਨੇ, ਜੀ ਛੇਵੇਂ ਪਾਤਸ਼ਾਹ ਦੇ ਵੇਲੇ ਤੋਂ ਭਾਵੇਂ ਸ਼ੁਰੂ ਹੋਏ, ਪਰ ਮਤਲਬ ਕਿ ਇਸ ਤਰ੍ਹਾਂ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਿੱਖਾਂ ਦੇ ਉੱਤੇ ਐਸੀਆਂ ਬਖਸ਼ਿਸ਼ਾਂ ਵੀ ਜਿਹੜੀਆਂ ਉਹ ਆਪਣੇ ਜੀਵਨ ਦੇ ਵਿੱਚ ਜੀ ਸਿੱਖੀ ਪ੍ਰਚਾਰ ਕਰਦਿਆਂ ਕੀਤੀਆਂ। ਜੀ ਗਿਆਨੀ ਜੀ, ਜਦੋਂ ਅਸੀਂ ਗੁਰ ਇਤਿਹਾਸ ਦੀ ਗੱਲ ਕਰਦੇ ਹਾਂ, ਮੈਨੂੰ ਤੁਹਾਡੇ ਤੋਂ ਇੱਕ ਹਮੇਸ਼ਾ ਬੇਨਤੀ ਹੁੰਦੀ ਹੈ ਕਿ ਜੋ ਸਾਡੇ ਨੌਜਵਾਨ ਹਨ, ਸਾਡੀ ਯੂਥ ਹੈ, ਜਿਨ੍ਹਾਂ ਨੂੰ ਸ਼ਾਇਦ ਗੁਰੂ ਸਾਹਿਬਾਨਾਂ ਦੇ ਨਾਂ ਪਤਾ ਹੋਣ, ਕਦੋਂ ਉਹ ਗੁਰਗੱਦੀ 'ਤੇ ਆਏ, ਕੁਝ ਮਾੜੀ ਮੋਟੀ ਚੀਜ਼ਾਂ ਪਤਾ ਹੋਣ, ਉਹਨਾਂ ਦੇ ਬਾਰੇ ਜ਼ਰੂਰ ਜ਼ਿਕਰ ਤੁਸੀਂ ਕੀਤਾ ਵੀ ਹੈਗਾ, ਸ਼ਾਇਦ ਪਤਾ ਵੀ ਹੁੰਦਾ ਹੈ, ਨਹੀਂ ਪਤਾ ਹੁੰਦਾ, ਬਟ ਨੌਜਵਾਨਾਂ ਲਈ ਖਾਸ ਕਰਕੇ ਜੋ ਯੂਥ ਸ਼ਾਇਦ ਇੰਨੀ ਡੂੰਘੇ ਤੌਰ 'ਤੇ ਨਹੀਂ ਜੁੜੀ ਹੋਈ ਸਾਡੇ ਗੁਰ ਇਤਿਹਾਸ ਦੇ ਨਾਲ, ਉਹਨਾਂ ਨੂੰ ਤੁਸੀਂ ਗੁਰੂ ਅੰਗਦ ਦੇਵ ਮਹਾਰਾਜ ਬਾਰੇ ਕੀ ਕੁਝ ਕਹਿਣਾ ਚਾਹੋਗੇ ਅੱਜ ਜਦੋਂ ਅਸੀਂ ਉਹਨਾਂ ਦੀ ਗੁਰਗੱਦੀ ਦਿਵਸ ਦਿਹਾੜੇ ਨੂੰ ਮਨਾ ਰਹੇ ਹਾਂ? ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਸਾਡੇ ਤੇ ਕੀਤੇ ਹੋਏ ਪਰਉਪਕਾਰ ਆ, ਅੱਜ ਜਿਵੇਂ ਤੁਸੀਂ ਯੰਗ ਜਨਰੇਸ਼ਨ ਦੀ ਗੱਲ ਕੀਤੀ, ਨੌਜਵਾਨਾਂ ਦੀ, ਸਭ ਤੋਂ ਵੱਡੀ ਬਾਤ ਜਿਹੜੀ ਹੁਣੇ ਮੈਂ ਗੁਰਮੁਖੀ ਲਿਪੀ ਦੀ ਗੱਲ ਤੁਹਾਡੇ ਨਾਲ ਕਰਕੇ ਹਟਿਆ, ਜਿਹਦੇ 'ਚ ਮਾਂ ਬੋਲੀ ਵੀ ਜਿਸ ਨੂੰ ਆਪਾਂ ਅੱਜ ਕਹਿੰਦੇ ਹਾਂ, ਅੱਜ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਖਾਸ ਕਰਕੇ ਮੈਂ ਜ਼ਰੂਰ ਅੱਜ ਇਹ ਬੇਨਤੀ ਕਰੂੰਗਾ, ਮਾਤਾ ਖੀਵੀ ਜੀ ਦਾ ਵੀ ਆਪਾਂ ਜ਼ਿਕਰ ਕੀਤਾ ਕਿ ਅੱਜ ਮਾਂ ਬੋਲੀ ਦੇ ਸ਼ਬਦ ਤੋਂ ਇਹ ਪ੍ਰੇਰਨਾ ਲੈਣ ਦੀ ਜਿਹੜੀ ਲੋੜ ਹੈ, ਜਿਹੜੇ ਪੇਰੈਂਟਸ ਆ ਬੱਚਿਆਂ ਦੇ। ਨਪੋਲੀਅਨ ਨੇ ਇੱਕ ਗੱਲ ਕਹੀ ਸੀ, ਫਰਾਂਸ ਦਾ ਬਾਦਸ਼ਾਹ ਰਿਹਾ, ਕਦੇ ਬੱਕਰੀਆਂ ਭੇਡਾਂ ਚਾਰਦਾ ਸੀ, ਤੇ ਇਹ ਬਾਦਸ਼ਾਹ ਉੱਥੋਂ ਦਾ, ਇਹਨੂੰ ਬੂਨਾ ਪਾਠ ਗੂਗਲ ਦੇ ਉੱਤੇ ਆਪਾਂ ਜਾ ਕੇ ਦੇਖਦੇ ਤੇ ਬੂਨਾ ਪਾਠ ਛੇਤੀ ਨਿਕਲ ਆਏਗਾ ਅੱਜ ਨੌਜਵਾਨਾਂ ਨੇ ਜੇ ਦੇਖਣਾ ਹੋਵੇ। ਉਹ ਕਹਿੰਦਾ ਜੇ ਤੁਸੀਂ ਚੰਗਾ ਸਮਾਜ ਸਿਰਜਣਾ ਚਾਹੁੰਦੇ ਹੋ ਤੇ ਚੰਗੀਆਂ ਮਾਵਾਂ ਪੈਦਾ ਕਰੋ। ਉਹ ਕਹਿੰਦਾ ਗੁੱਡ ਨੇਸ਼ਨ ਗੁੱਡ ਮਦਰ ਦੇ ਉੱਤੇ ਡਿਪੈਂਡ ਕਰਦਾ ਹੈ ਜੀ, ਬਿਲਕੁਲ, ਚੰਗੀਆਂ ਮਾਵਾਂ ਪੈਦਾ ਕਰੋ। ਗੁਰੂ ਅੰਗਦ ਦੇਵ ਸਾਹਿਬ ਨੇ ਜੇ ਗੁਰਮੁਖੀ ਲਿਪੀ ਦੀ, ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਦੀ ਗੱਲ, ਗੁਰੂ ਅੰਗਦ ਦੇਵ ਸਾਹਿਬ ਦਾ ਅੱਜ ਆਪਾਂ ਗੁਰਤਾ ਗੱਦੀ ਦਿਹਾੜਾ ਮਨਾ ਕੇ ਉਹਨਾਂ ਦੀ ਬਾਤ ਪਾ ਰਹੇ ਹਾਂ, ਤਾਂ ਅੱਜ ਘਰਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣੀ, ਪੰਜਾਬੀ ਪੜ੍ਹਾਉਣੀ। ਤੁਸੀਂ ਪੰਜਾਬੀ ਬੋਲੋਗੇ ਤੇ ਉਹ ਬੱਚਾ ਜਿਹੜਾ ਬਿਲਕੁਲ ਉਹ ਜਿਹੜਾ ਉਹ ਪੰਜਾਬੀ ਬੋਲੇਗਾ। ਬਿਲਕੁਲ। ਇੱਕ ਗੱਲ, ਭਗਤ ਫਰੀਦ ਨੇ ਨਾਮ ਜਪਿਆ ਤੇ ਫਰੀਦ ਦੀ ਮਾਂ ਤੋਂ ਸਦਕੇ, ਹਾਂਜੀ, ਜਿਹੜੀ ਉਹਨੂੰ ਗੁੜ ਸ਼ੱਕਰ ਦੇ ਕੇ ਜੀ, ਇੱਧਰਲੇ ਪਾਸੇ ਲਾਉਂਦੀ ਰਹੀ। ਇੱਕ ਗੱਲ ਮੈਂ ਜ਼ਰੂਰ ਕਹਾਂਗਾ, ਇਹ ਨੌਜਵਾਨਾਂ ਵਾਸਤੇ ਹੀ ਆ ਸਾਰੀਆਂ ਗੱਲਾਂ। ਜੀ, ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਡੈਥ ਹੋਈ ਆ, ਕੰਵਰ ਦਲੀਪ ਸਿੰਘ 10 ਮਹੀਨਿਆਂ ਦਾ ਸੀ, ਉਦੋਂ ਇੰਗਲੈਂਡ ਆਇਆ, ਪੰਜਾਬੀ ਵੀ ਭੁੱਲ ਗਈ, ਇਤਿਹਾਸ ਵੀ ਭੁੱਲ ਗਿਆ, ਪਤਤ ਹੋ ਗਿਆ।
ਤਿੰਨਾਂ ਮਾਵਾਂ ਨਾਲੋਂ ਟੁੱਟ ਗਿਆ, ਪਤਤ ਹੋ ਗਿਆ। ਜਿੱਦਣ ਤਿੰਨੇ ਮਾਵਾਂ ਮਿਲ ਗਈਆਂ, ਇਕੱਠੀਆਂ ਹੋ ਗਈਆਂ, ਫਿਰ ਸਾਬਤ ਸੂਰਤ ਹੋ ਗਿਆ। ਜੀ ਹੋ ਸਕਦਾ ਕਈਆਂ ਵਾਸਤੇ ਇਹ ਨਵੀਂ ਗੱਲ ਹੋਵੇ। ਜੀ ਇੱਕ ਪੰਜਾਬੀ ਮਾਂ ਨਾਲੋਂ ਟੁੱਟ ਗਿਆ, ਮਾਂ ਬੋਲੀ ਨਾਲੋਂ ਟੁੱਟ ਗਿਆ। ਕੰਵਰ ਦਲੀਪ ਸਿੰਘ ਅੰਗਰੇਜ਼ ਇਹਨੂੰ ਇੰਗਲੈਂਡ ਲੈ ਆਏ ਸੀ। ਜੀ ਬਿਲਕੁਲ। ਹਾਂਜੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਹਾਂਜੀ ਬਾਅਦ ਮਾਂ ਬੋਲੀ ਨਾਲੋਂ ਟੁੱਟ ਗਿਆ। ਜਨਮ ਦੇਣ ਵਾਲੀ ਮਾਂ ਨਾਲੋਂ ਟੁੱਟ ਗਿਆ, ਰਾਣੀ ਜਿੰਦਾਂ ਨਾਲੋਂ, ਜਿਹਨੇ ਪੈਦਾ ਕੀਤਾ ਸੀ ਕੁੱਖ, ਜੀ ਰਾਣੀ ਜਿੰਦ ਕੌਰ। ਔਰ ਧਰਤੀ ਮਾਂ ਨਾਲੋਂ ਟੁੱਟ ਗਿਆ, ਆਪਣੀ ਗੁਰੂਆਂ ਦੀ ਧਰਤੀ ਸੀ ਜਿਹੜੀ। ਸਮਾਂ ਪਿਆ, ਜਦੋਂ ਜਵਾਨ ਹੋਇਆ ਇਹ ਪਤਤ ਸੀਗਾ, ਕਲਕੱਤੇ ਦੀ ਧਰਤੀ ਦੇ ਉੱਤੇ ਰਾਣੀ ਜਿੰਦਾਂ ਨੂੰ ਇਹਦੇ ਨਾਲ ਮਿਲਾਇਆ। ਫਿਰ ਉਦੋਂ ਤਾਂ ਵੱਡਾ ਹੋ ਚੁੱਕਾ ਸੀ ਹਾਂਜੀ ਤੇ ਰਾਣੀ ਜਿੰਦਾਂ ਉਦੋਂ ਤੱਕ ਅੰਨੀ ਹੋ ਚੁੱਕੀ ਸੀ, ਰੋ ਰੋ ਕੇ। ਜਦੋਂ ਹੱਥ ਫੇਰਦੀ ਫੇਰਦੀ ਪਿੱਠ ਤੇ ਸਿਰ ਤੇ ਹੱਥ ਗਿਆ ਤੇ ਜੂੜਾ ਨਹੀਂ ਵੇਖਿਆ, ਉਹਦੀਆਂ ਤਾਹਾਂ ਨਿਕਲ ਗਈਆਂ ਰਾਣੀ ਜਿੰਦਾਂ ਦੀਆਂ। ਉਹਨੇ, ਦਲੀਪ ਨੇ ਆਖਿਆ ਸੀ, ਕਹਿੰਦਾ, ਉਹ ਕਹਿੰਦੀ ਤੂੰ ਨਹੀਂ ਮੇਰਾ ਪੁੱਤ। ਉਹ ਕਹਿੰਦਾ ਮੈਂ ਹੀ ਆ ਤੇਰਾ ਦਲੀਪ। ਦਿਲ ਨੂੰ ਪੁੱਛ ਕੇ ਵੇਖ, ਕਹਿੰਦਾ ਆਪਣੇ ਖੂਨ ਨੂੰ ਪੁੱਛ ਅੰਦਰ, ਮੈਂ ਤੇਰਾ ਖੂਨ ਆ, ਲਹੂ ਆ ਮੈਂ ਤੇਰਾ। ਉਹ ਕਹਿੰਦਾ ਸੀ, ਮਾਂ ਮੈਨੂੰ ਧਰਮ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਅੱਜ ਤੂੰ ਗੁਰੂ ਨਾਲ ਜੁੜੀ ਹੋਈ ਮਾਂ ਮੈਨੂੰ ਫਿਰ ਮਿਲ ਗਈ। ਅੱਜ ਸਿਰ ਤੇ ਹੱਥ ਰੱਖ, ਤੈਨੂੰ ਉਹ ਦਲੀਪ ਹੈ ਜਿਹੜਾ ਫਿਰ ਪ੍ਰਾਪਤ ਹੋਵੇ। ਜਿਹੜੀ ਅੱਜ ਆਪਾਂ ਕੰਵਰ ਦਲੀਪ ਸਿੰਘ ਦੀ ਫੋਟੋ ਵੇਖਦੇ ਹਾਂ, ਹਾਂਜੀ ਇਦਾਂ ਨੁੱਕਰ ਵਾਲੀ, ਦਸਤਾਰ ਵਾਲੀ, ਤੇ ਹਾਂਜੀ। ਨਿੱਕੀ ਨਿੱਕੀ ਦਾੜੀ ਆ ਤੇ ਕਿਰਪਾਨ ਹਾਂਜੀ। ਫੜੀ ਆ, ਇਹ ਮਾਂ ਨੂੰ ਮਿਲਣ ਤੋਂ ਬਾਅਦ ਦੀ ਤਸਵੀਰ ਹੈ। ਤਿੰਨਾਂ ਮਾਵਾਂ ਨਾਲੋਂ ਟੁੱਟ ਗਿਆ, ਪਤਤ ਹੋ ਗਿਆ। ਉੱਥੇ ਇਕੱਠੀਆਂ ਹੋ ਗਈਆਂ ਤਿੰਨੇ। ਹੁਣ ਜਿੰਦਾਂ ਪੰਜਾਬੀ ਬੋਲਦੀ ਆ, ਜੀ ਧਰਤੀ ਮਾਤਾ ਆ, ਮਾਂ ਵਾ ਜਨਮ ਦੇਣ ਵਾਲੀ, ਤਿੰਨੇ ਇਕੱਠੀਆਂ ਹੋ ਗਈਆਂ, ਫਿਰ ਸਾਬਤ ਸੂਰਤ ਹੋ ਗਿਆ। ਉਹ ਕੰਵਰ ਦਲੀਪ ਫਿਰ ਬਣ ਗਿਆ, ਉਹ ਮਾਂ ਦਾ ਪੁੱਤ ਜਿਹੜਾ ਸੀ। ਇਸ ਕਰਕੇ ਅੱਜ ਇਸ ਨੌਜਵਾਨੀ ਨੂੰ ਸੰਭਾਲਣਾ, ਸਾਬਤ ਸੂਰਤ ਹੋਣਾ, ਆਪਣੀ ਬੋਲੀ ਨਾਲ ਜੁੜਨਾ, ਆਪਣੀ ਮਾਂ ਬੋਲੀ ਦੀ ਸੰਭਾਲ ਕਰਨੀ, ਆਪਣੇ ਵਿਰਸੇ ਦੀ ਸੰਭਾਲ ਕਰਨੀ, ਜਿਹੜਾ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਵਿਰਸਾ ਦਿੱਤਾ, ਜਿਹੜੇ ਗੁਰੂ ਨੇ ਆਪਣਾ ਸਰਬੰਸ ਲਟਾ ਕੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪਣੇ ਪੁੱਤ ਧੀਆਂ ਬਣਾਇਆ। ਅੱਜ ਜ਼ਰੂਰੀ ਹੈ ਉਸ ਗੁਰੂ ਦੀ ਸਿੱਖੀ ਨੂੰ ਆਪਾਂ ਕਮਾਈਏ, ਜੀ ਆਪਣੀ ਬੋਲੀ ਬੋਲੀਏ। ਸਾਰੀਆਂ ਬੋਲੀਆਂ, ਵੱਧ ਤੋਂ ਵੱਧ ਭਾਸ਼ਾ ਤੁਹਾਨੂੰ ਲੈਂਗੁਏਜ ਆਉਣੀਆਂ ਚਾਹੀਦੀਆਂ। ਦੁਨੀਆ 'ਚ ਤਰੱਕੀ ਕਰੋ, ਮੱਲਾ ਮਾਰੋ, ਜੀ ਪਰ ਮਾਂ ਨੂੰ ਨਹੀਂ ਭੁੱਲਣਾ। ਮਾਂ ਤਾਂ ਇੱਕ ਹੀ ਹੁੰਦੀ ਹੈ, ਮਾਂ ਬੋਲੀ ਵੀ ਇੱਕ ਹੁੰਦੀ ਹੈ। ਇਸ ਮੈਸੇਜ ਦੇ ਨਾਲ ਅੱਜ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਮਾਂ ਬੋਲੀ ਨੂੰ ਲੈ ਕੇ ਗੁਰੂ ਅੰਗਦ ਦੇਵ ਸਾਹਿਬਾਨ ਦੀ ਗੁਰਗੱਦੀ ਦਿਵਸ ਦੇ ਅੱਜ ਦਿਹਾੜੇ ਨੂੰ ਅਸੀਂ ਮਨਾ ਰਹੇ ਹਾਂ। ਉਹਨਾਂ ਦੀ ਸੇਵਾਵਾਂ ਦਾ ਪ੍ਰਚਾਰ ਕਰ ਰਹੇ ਹਾਂ। ਇੱਕ ਵਾਰੀ ਫਿਰ ਗਿਆਨੀ ਧਰਮਵੀਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਤੋਂ, ਤੁਹਾਡੇ ਸਮੇਂ ਲਈ, ਤੁਹਾਡੇ ਵਿਚਾਰਾਂ ਲਈ ਅਸੀਂ ਧੰਨਵਾਦੀ ਹਾਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਜਸ ਪੰਜਾਬੀ ਤੋਂ ਭੈਣ ਜੀ ਅਸ਼ਮਿਤਾ ਜੀ, ਬਹੁਤ ਤੁਸੀਂ ਸਮੇਂ ਸਮੇਂ 'ਤੇ ਪਿਆਰ ਸਤਿਕਾਰ ਬਖਸ਼ਿਸ਼ ਕਰਦੇ ਹੋ। ਗੁਰੂ ਕਿਰਪਾ ਕਰੇ ਇਹ ਟੀਵੀ ਦੇ ਮਾਧਿਅਮ ਰਾਹੀਂ ਜੋ ਸੰਗਤਾਂ ਸਰਵਣ ਕਰ ਰਹੀਆਂ, ਲੱਖ ਲੱਖ ਵਧਾਈਆਂ ਗੁਰੂ ਸਾਹਿਬ ਦੇ ਗੁਰਤਾ ਗੱਦੀ ਦਿਹਾੜੇ ਦੀਆਂ। ਔਰ ਇਸੇ ਤਰ੍ਹਾਂ ਇਹ ਚੈਨਲ ਜਿਹੜੇ ਇਹਨਾਂ ਨੂੰ ਚੜ੍ਹਦੀ ਕਲਾ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਤੇ ਖੁਸ਼ੀਆਂ ਖੇੜੇ, ਇਸੇ ਤਰ੍ਹਾਂ ਆਪਾਂ ਮਾਣਦੇ ਰਹੀਏ ਜੀ। ਐਂਡ ਜ਼ਰੂਰ ਤੁਹਾਨੂੰ ਬੇਨਤੀ ਕਰਾਂਗੀ, ਫਿਰ ਆ ਕੇ ਸਾਡੇ ਨਾਲ ਇਸ ਮਾਧਿਅਮ ਰਾਹੀਂ ਤੇ ਸੰਗਤਾਂ ਨਾਲ, ਦਰਸ਼ਕਾਂ ਨਾਲ ਜ਼ਰੂਰ ਜੁੜੋ। ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ, ਗਿਆਨੀ ਸਾਹਿਬਾਨ ਲਈ, ਜਾਂ ਇਸ ਮੁੱਦੇ ਨੂੰ ਲੈ ਕੇ ਕੋਈ ਵੀ ਤੁਹਾਡੇ ਕੋਲ ਕੁਐਸਚਨਸ, ਕਮੈਂਟਸ, ਕੰਸਰਨ, ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।